सतगुर सुनींदा तैसो ही मैं डीठ विछड़िया मेले प्रभु हर दर गए का बसीठ हर नाम मंत्र दृढ़ाइंदा कट्टे हो मैं रोग नानक सतगुर तिना मिलाया जिना तुरे पया संजोग पूरा प्रभ आराध्या पूरा जा का नाम नानक पूरा पाया पूरे के गुण गाओ। सतनाम श्री वाहिगुरु साहिब जी। चरण कमल शरणं रमणं गोपाल कीर्तन है साध संगेण तरणं नानक महासागर पैदुतर सिर मस्तक रखिया पार ब्रह्मं हस्त काया रखिया जगत परमेश्वर है आत्म रखिया गोपाल स्वामी धन चरण रखिया जगदीश्वर है सर्व रखिया गुर दयाल है पै दुख विनाशन है भगत वत्सल अनाथ नाथी शरण नानक पुरख अच्युत है। वाहिगुरु जी का खालसा वाहिगुरु जी की फतेह। परम सत्कारयोग गुरु रूप गुरु खालसा साध संगत अपने सारिਆਂ ਦੇ बहुत ਵੱਡੇ श्रेष्ठ भाग ਹਨ जो कि ਆਪਾਂ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਵਾਰਗਾਹ ਵਿੱਚ ਜੁੜ ਮਿਲ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਸਾਧ ਸੰਗਤ ਜਦੋਂ ਸਾਡੇ ਪੂਰਬਲੇ ਵੱਡੇ ਭਾਗ ਜਾਗਦੇ ਹਨ ਤਾਂ ਸਾਨੂੰ ਸਤ ਸੰਗਤ ਦੀ ਪ੍ਰਾਪਤੀ ਹੁੰਦੀ ਹੈ। ਜਿੰਨੀ ਦੇਰ ਤੱਕ ਸਾਡਾ ਪੂਰਬਲਾ ਮਾੜਾ ਕਰਮ ਪਰਮ ਰਿਹਾ ਕਰਦਾ ਹੈ ਉਨੀ ਦੇਰ ਤੱਕ ਸਾਨੂੰ ਵਾਹਿਗੁਰੂ ਜੀ ਦੀ ਬਾਣੀ ਅੱਛੀ ਨਹੀਂ ਲੱਗਿਆ ਕਰਦੀ। ਇਹ ਵਿਚਾਰ ਅਸੀਂ ਕੱਲ੍ਹ ਦੇ ਦੀਵਾਨ ਵਿੱਚ बड़े विस्तार सहित कर चुके हैं। साध संगत जो कि अज अपना इस अस्थान का रात्रि का दूसरा दीवान है सच्चे पातशाह जी की आप कल तो सेवा करते आ रहे हैं रहमतां दे पात्र बनते आ रहे हैं। सतगुरु सानू खुशियां वरता रहे हैं मेरा अपने सारियां ते कर रहे हैं। आप सतगुरु सच्चे पातशाह जी की खुशी लै रहे हैं। ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਭਜਨ ਪਾਠ ਸਿਮਰਨ ਬੰਦਗੀ ਕਰਦੇ ਹਾਂ ਉਸ ਸਮੇਂ ਦੇ ਵਿੱਚ ਸਾਧ ਸੰਗਤ ਸਮਾਧੀ ਵਿੱਚ ਜੁੜ ਜਾਣਾ ਵਾਹਿਗੁਰੂ ਜੀ ਦੇ ਨਾਲ ਅਭੇਦ ਹੋ ਜਾਣਾ ਇਉਂ ਮਹਿਸੂਸ ਕਰਨਾ ਕਿ ਸਾਡੇ ਵਿੱਚ ਤੇ ਵਾਹਿਗੁਰੂ ਜੀ ਦੇ ਵਿੱਚ ਕੋਈ ਅੰਤਰ ਨਹੀਂ ਰਹਿ ਗਿਆ। ਸਮਾਧੀ ਵਿੱਚ ਲੀਨ ਹੋ ਜਾਣਾ ਦੁਨੀਆ ਦਾ ਸਭ ਤੋਂ ਵੱਡਾ ਆਨੰਦ ਹੈ। ਆਪਾਂ ਪਿਛਲੇ ਦੀਵਾਨਾਂ ਵਿੱਚ ਭਾਈ ਗੋਂਦੇ ਦਾ ਇਤਿਹਾਸ ਵਿਚਾਰ ਰਹੇ ਸਾਂ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ ਅੱਜ ਨਿਤਨੇਮ ਭਜਨ ਸਿਮਰਨ ਬੰਦਗੀ ਉਪਰੰਤ ਹਰ ਜਸ ਕਥਾ ਕੀਰਤਨ ਹੋਇਆ। ਸੱਚੇ ਪਾਤਸ਼ਾਹ ਜੀ ਸਮਾਧੀ ਤੋਂ ਉਥਾਨ ਹੀ ਨਾ ਹੋਏ। ਸੰਗਤਾਂ ਕੇ ਨਮਸਕਾਰ ਕਰ ਕਰਕੇ ਜਾ ਰਹੀਆਂ ਨੇ। ਭਾਈ ਬੱਲੂ ਵਰਗੇ ਅਨੰਦ ਸੇਵਕ ਆ ਕੇ ਨਮਸਕਾਰ ਕਰਕੇ ਕੋਲ ਬੈਠ ਜਾਂਦੇ ਹਨ। ਕੁਝ ਸਮੇਂ ਬਾਅਦ ਫਿਰ ਜਾ ਕੇ ਸੇਵਾ ਤੇ ਲੱਗ ਜਾਂਦੇ ਹਨ। ਸੱਚੇ ਪਾਤਸ਼ਾਹ ਹਜੇ ਤੱਕ ਸਮਾਧੀ ਤੋਂ ਉਥਾਨ ਨਹੀਂ ਹੋਏ। ਕੀ ਕਾਰਨ ਹੈ?
ਜਦੋਂ ਕਾਫੀ ਸਮੇਂ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਦੁਪਹਿਰ ਤੋਂ ਬਾਅਦ ਸਮਾਧੀ ਚੋਂ ਉਥਾਨ ਹੁੰਦੇ ਹਨ ਤਾਂ ਭਾਈ ਬੱਲੂ ਨਿਮਰਤਾ ਨਾਲ ਬੇਨਤੀ ਕਰਦਾ ਹੈ, ਹੇ ਭਗਵਾਨ, ਕੀ ਕਾਰਨ ਬਣਿਆ? ਅੱਗੇ ਤੁਸੀਂ ਸਮਾਧੀ ਲੀਨ ਹੁੰਦੇ ਹੋ, ਕੁਝ ਸਮਾਂ ਪਰਮੇਸ਼ਰ ਦਾ ਆਨੰਦ ਮਾਣਦੇ ਹੋ, ਫਿਰ ਸੰਗਤਾਂ ਆਪ ਜੀ ਦੇ ਦੀਦਾਰ ਕਰਦੀਆਂ ਹਨ। ਤੁਸੀਂ ਸੰਗਤਾਂ ਦੀਆਂ ਬੇਨਤੀਆਂ ਸੁਣ ਕੇ ਪ੍ਰਵਚਨ ਦਿੰਦੇ ਹੋ। ਅੱਜ ਸਵੇਰ ਤੋਂ ਹੀ ਤੁਸੀਂ ਸਮਾਧੀ ਚ ਲੀਨ ਬੈਠੇ ਹੋ। ਕੀ ਕਾਰਨ ਬਣਿਆ ਇੰਨੀ ਲੰਮੀ ਸਮਾਧੀ, ਜਿਸ ਨੂੰ ਇੰਗਲਿਸ਼ ਵਾਲਾ ਕਹਿੰਦਾ ਗੋਇੰਗ ਟੂ ਦਾ ਡੀਪ ਮੈਡੀਟੇਸ਼ਨ। ਮਹਾਰਾਜ ਕਹਿਣ ਲੱਗੇ, ਕੀ ਦਸੀਏ? ਅੱਜ ਸਾਡਾ ਪ੍ਰਾਣਾ ਤੋਂ ਪਿਆਰਾ ਸਿੱਖ ਸਾਨੂੰ ਇੰਨਾ ਯਾਦ ਕਰਦਾ ਹੈ। ਸਾਧ ਸੰਗਤ ਜੀ, ਜੋ ਪ੍ਰੇਮ ਹੋਇਆ ਕਰਦਾ ਹੈ ਵੱਡਿਆਂ ਭਾਗਾਂ ਦੇ ਨਾਲ ਪ੍ਰਾਪਤ ਹੁੰਦਾ ਹੈ। ਜਿਹਨੂੰ ਵਾਹਿਗੁਰੂ ਜੀ ਦਾ ਪ੍ਰੇਮ ਲੱਗ ਜਾਏ, ਪਰਮੇਸ਼ਰ ਦੀ ਚੇਟਕ ਲੱਗ ਜਾਏ, ਹਰ ਪਲ ਹਰ ਦਮ ਪਰਮੇਸ਼ਰ ਨੂੰ ਯਾਦ ਰੱਖਣਾ, ਉਹਦੀ ਰਜ਼ਾ ਦੇ ਵਿੱਚ ਰਾਜ਼ੀ ਰਹਿਣਾ, ਉਹਦੀ ਆਗਿਆ ਦੇ ਵਿੱਚ ਰਾਜ਼ੀ ਰਹਿਣਾ, ਇਹ ਕੋਈ ਸਮਝ ਸਕਦਾ ਹੈ ਜੋ ਪਰਮੇਸ਼ਰ ਦੇ ਨਾਲ ਦਿਲੋਂ ਪਿਆਰ ਕਰਦਾ ਹੈ। ਸੋ ਇਹਦਾ ਸੱਚਾ ਪ੍ਰੇਮ ਨਹੀਂ। ਅੱਜ ਅਸੀਂ ਸਮਾਧੀ ਤੋਂ ਉੱਠਣ ਹੀ ਲੱਗੇ ਸਾਂ, ਉਧਰ ਸਾਡਾ ਪ੍ਰਾਣਾ ਤੋਂ ਪਿਆਰਾ ਸਿੱਖ ਸਾਡੇ ਨਾਲ ਚਿੱਤ ਵਿਰਤੀ ਜੋੜੀ ਬੈਠਾ ਸੀ। ਉਹਦਾ ਨਾਮ ਹੈ ਭਾਈ ਗੋਂਦਾ ਖੱਤਰੀ। ਸਮਾਧੀ 'ਚ ਬੈਠਾ। ਜਦੋਂ ਅਸੀਂ ਉੱਠਣ ਲੱਗਦੇ ਐ ਦੋਨੋਂ ਹੱਥਾਂ ਦੇ ਨਾਲ ਸਾਡੇ ਚਰਨ ਪਕੜ ਲੈਂਦਾ, ਵਾਰ-ਵਾਰ ਸਾਨੂੰ ਉੱਠਣ ਤੋਂ ਰੋਕਦਾ, ਖੁਦ ਸਮਾਧੀ 'ਚ ਲੀਨ ਬੈਠਾ ਔਰ ਸਾਨੂੰ ਸਮਾਧੀ 'ਚੋਂ ਉਥਾਨ ਨਹੀਂ ਹੋਣ ਦਿੱਤਾ। ਇਸ ਕਰਕੇ ਅੱਜ ਸਾਨੂੰ ਬਾਅਦ ਦੁਪਹਿਰ ਤੱਕ ਸਮਾਧੀ ਦੇ ਵਿੱਚ ਲੀਨ ਰਹਿਣਾ ਪਿਆ। ਕਹਿਣ ਤੋਂ ਭਾਵ ਕਿ ਜੇ ਭਗਤੀ ਕਰਦੇ ਹਾਂ ਤਾਂ ਕੁਝ ਸਮੇਂ ਵਾਸਤੇ ਸੰਸਾਰੀ ਵਿਵਹਾਰ ਨੂੰ ਤਿਆਗ ਦਈਏ, ਕੁਝ ਸਮੇਂ ਵਾਸਤੇ ਪਰਿਪੂਰਨ ਪਰਮੇਸ਼ਰ ਦੀ ਯਾਦ ਵਿੱਚ ਜੁੜ ਜਾਈਏ, ਵਾਹਿਗੁਰੂ ਜੀ ਦੀ ਨਾਮ ਦੀ ਮਸਤੀ ਚੜ੍ਹ ਜਾਏ। ਅਸੀਂ ਸੰਸਾਰੀ ਲੋਕਾਂ ਦਾ ਪ੍ਰੇਮ ਕਰਦੇ ਹਾਂ, ਕਿਸੇ ਦਾ ਪ੍ਰੇਮ ਕਰਦੇ ਹਾਂ, ਕੋਈ ਸਾਨੂੰ ਠੁਕਰਾ ਜਾਂਦਾ ਹੈ, ਕੋਈ ਸਾਨੂੰ ਪ੍ਰੇਮ ਨਹੀਂ ਕਰਦਾ। ਕਈ ਵਾਰੀ ਅਸੀਂ ਉਸ ਦੇ ਪ੍ਰੇਮ ਦੇ ਭੁੱਖੇ ਮਗਰ ਫਿਰਦੇ ਹਾਂ। ਜੇ ਵਿਦਵਾਨਾਂ ਨੂੰ ਪੜ੍ਹੋਗੇ ਤਾਂ ਵਿਦਵਾਨ ਦੱਸਦੇ ਹਨ, ਲੋੜਾਂ ਵਾਲੇ ਹੈਣ ਘਨੇਰੇ, ਭਾਲ ਕੋਈ ਵੇ ਲੋੜੇ ਜੇ ਮਿਲ ਜਾਣ ਤੈਨੂੰ, ਤੂੰ ਝਾੜ ਉਹਨਾਂ ਦੇ ਜੋੜੇ। ਲੋੜਾਂ ਵਾਲੀ ਦੁਨੀਆ ਬੜੀ ਤੁਰੀ ਫਿਰਦੀ ਹੈ। ਕਿਸੇ ਨੂੰ ਸਾਡੇ ਤੱਕ ਲੋੜ, ਕਿਸੇ ਤੱਕ ਸਾਨੂੰ ਲੋੜ। ਇਸ ਤਰ੍ਹਾਂ ਦੇ ਲੋੜਾਂ ਜ਼ਰੂਰਤਾਂ ਵਾਲੇ ਬੜੇ ਨੇ। ਪਰ ਐਸਾ ਕੋਈ ਮਿਲ ਜਾਏ, ਐਸਾ ਕੋਈ ਸੰਤ ਮਿਲੇ ਜਿਹੜਾ ਮੋੜੇ ਮਨਾਂ ਦੀਆਂ ਵਾਗਾਂ। ਕੋਈ ਐਸਾ ਰੱਬ ਦਾ ਪਿਆਰਾ ਮਿਲ ਜਾਏ, ਸਾਡੇ ਦੌੜੇ ਜਾਂਦੇ ਮਨ ਨੂੰ, ਭੱਜੇ ਜਾਂਦੇ ਮਨ ਨੂੰ ਕੰਟਰੋਲ ਵਿੱਚ ਕਰਕੇ ਸਾਡੀ એનર્ਜੀ ਗੁਰੂ ਚਰਨਾਂ ਨਾਲ ਜੋੜ ਦੇਵੇ। ਅੱਜ ਦੀ ਜੋ ਵਿਚਾਰ ਆਪਾਂ ਕਰਨ ਲੱਗੇ ਹਾਂ ਕੁਛ ਇਸ ਤਰ੍ਹਾਂ ਦੀ ਹੀ ਹੈ। ਚਰਨ ਕਮਲ ਸਰਣੰ ਰਮਣੰ ਗੋਪਾਲ ਕੀਰਤਨੈ। ਸਾਧ ਸੰਗਤ ਦੇ ਰਾਹੀਂ ਵਾਹਿਗੁਰੂ ਜੀ ਦੇ ਸੋਹਣੇ ਜੇ ਚਰਨਾਂ ਦਾ ਧਿਆਨ ਧਰਨਾ, ਚਰਨ ਕਮਲਾਂ ਦਾ ਓਟ ਅਤੇ ਆਸਰਾ ਲੈ ਲੈਣਾ। ਤੁਸੀਂ ਭਗਵਾਨ ਕ੍ਰਿਸ਼ਨ ਦੀ ਗੱਲ ਕਰ ਲਓ, ਉਹਨਾਂ ਦੇ ਮਿੱਤਰ ਸੁਦਾਮੇ ਦੀ ਗੱਲ ਕਰ ਲਓ। ਭਾਈ ਗੁਰਦਾਸ ਸਾਹਿਬ ਜੀ ਨੇ ਕਿੰਨਾ ਸੋਹਣਾ ਲਿਖਣਾ ਕੀਤਾ ਹੈ। ਸਾਧ ਸੰਗਤ ਆਪ ਦੀ ਘਰਵਾਲੀ ਨੂੰ ਕਹਿੰਦਾ ਹੈ, ਮੇਰਾ ਯਾਰ ਹੈ ਕ੍ਰਿਸ਼ਨ, ਮੇਰਾ ਮਿੱਤਰ ਹੈ। ਉਹ ਕਹਿੰਦੀ, ਤੂੰ ਮਿੱਤਰ ਕਹੀ ਜਾਣਾ ਹੈ, ਉਹ ਦੁਆਰਕਾ ਦਾ ਰਾਜਾ ਬਣਿਆ ਬੈਠਾ ਹੈ ਤੇ ਤੂੰ ਇੱਥੇ ਇੱਕ ਇੱਕ ਦਾਣੇ ਚੌਲ ਦੇ ਦਾਣੇ ਨੂੰ ਤਰਸਦਾ ਹੈ। ਤੂੰ ਕਿਸੇ ਦੇ ਦਰ ਤੋਂ ਮੰਗਣ ਜਾਣਾ ਹੈ, ਵਿਦਵਾਨ ਪੰਡਤ ਹੈ, ਜਦੋਂ ਜਾਣਾ ਤਾਂ ਤੈਨੂੰ ਕੋਈ ਖੈਰ ਨਹੀਂ ਪਾਉਂਦਾ। ਇੱਕ ਪਾਸੇ ਤੂੰ ਕਹਿੰਦਾ ਭਗਵਾਨ ਮੇਰਾ ਮਿੱਤਰ ਹੈ, ਦੂਜੇ ਪਾਸੇ ਜਦੋਂ ਮੈਂ ਤੈਨੂੰ ਕਹਿੰਦੀ ਹਾਂ ਤੂੰ ਜਾ ਕੇ ਉਹ ਤੋਂ ਲੈਂਦਾ ਨਹੀਂ ਕੁਝ। ਕਹਿੰਦਾ ਯਾਰ ਤੋਂ ਮੰਗੀ ਦਾ ਥੋੜ੍ਹਾ ਹੁੰਦਾ ਹੈ, ਯਾਰ ਤੋਂ ਨਹੀਂ ਮੰਗੀ ਦਾ, ਜੇ ਮੰਗੀਏ ਤਾਂ ਪਿਆਰ ਘਟ ਜਾਂਦਾ ਹੁੰਦਾ ਹੈ। ਯਾਰ ਨੂੰ ਤਾਂ ਦੇਈ ਦਾ ਹੁੰਦਾ, ਉਹਨੂੰ ਤਾਂ ਸਮਰਪਣ ਕਰੀਦਾ ਹੁੰਦਾ, ਦੇਈ ਦਾ ਹੁੰਦਾ। ਕਹਿੰਦੀ ਫਿਰ ਹੁਣ ਆਹ ਦੇਖ ਲੈ, ਸਾਰੇ ਭਾਂਡੇ ਖਾਲੀ ਨੇ, ਸਾਰੇ ਬਰਤਨ ਖਾਲੀ ਪਏ ਨੇ, ਜਵਾਕ ਭੁੱਖੇ ਸੁੱਤੇ ਨੇ, ਮੈਂ ਭੁੱਖੀ ਹਾਂ, ਤੂੰ 3 ਦਿਨ ਹੋ ਗਏ ਕੁਝ ਖਾਧਾ ਨਹੀਂ। ਐਂ ਬਰਤਨ ਖਾਲੀ ਬਰਤਨ ਦੇਖਦਾ ਫਿਰਦਾ। ਵੇਂਦਿਆਂ ਵੇਂਦਿਆਂ ਕੀ ਵੇਖਦਾ, ਇੱਕ ਬਰਤਨ ਦੇ ਵਿੱਚ ਇੱਕ ਚੌਲ ਦਾ ਦਾਣਾ ਪਿਆ, ਇੱਕ ਦਾਣਾ ਚੌਲ ਦਾ।
ਸਾਧ ਸੰਗਤ ਤੋਂ ਚੌਲ ਦਾ ਦਾਣਾ ਚੁੱਕਦਾ ਹੈ, ਅੱਧਾ ਤੋੜ ਲੈਂਦਾ ਹੈ, ਅੱਧਾ ਤੋੜ ਕੇ ਪੱਤਲ ਤੇ ਧਰ ਕੇ ਘਰ ਵਾਲੀ ਦੇ ਸਿਰਹਾਣੇ ਧਰ ਦਿੰਦਾ ਹੈ। ਅੱਧਾ ਦਾਣਾ ਆਪ ਦੇ ਪੱਤਲ ਤੇ ਧਰ ਕੇ ਭਗਵਾਨ ਦੀ ਮੂਰਤੀ ਦੇ ਅੱਗੇ ਲੈ ਕੇ ਖੜ ਜਾਂਦਾ ਹੈ। ਹੇ ਭਗਵਾਨ, ਮੈਨੂੰ ਤਾਂ 3 ਦਿਨ ਹੋ ਗਏ ਮੈਂ ਭੁੱਖਾ, ਮੈਨੂੰ ਛਕਣ ਨੂੰ ਮਿਲਿਆ ਨਹੀਂ, ਮੈਂ ਤੈਨੂੰ ਭੋਗ ਵੀ ਨਹੀਂ ਲਗਾ ਸਕਿਆ। ਆ ਲਓ ਭਗਵਾਨ, ਅੱਧਾ ਮੈਂ ਘਰ ਵਾਲੀ ਨੂੰ ਦੇਤਾ ਚੌਲ ਦਾ ਦਾਣਾ, ਅੱਧਾ ਦਾਣਾ ਮੇਰੇ ਕੋਲੇ ਹੈ, ਭਗਵਾਨ ਛਕ ਲਓ। ਉਧਰ ਭਗਵਾਨ ਆਪ ਦੀ ਲక్ష్ਮੀ ਨਾਲ ਗੱਲਾਂ ਕਰਦੇ ਨੇ, ਆਪ ਦੀ ਅਰਧੰਗਣੀ ਨਾਲ ਗੱਲਾਂ ਕਰਦੇ ਨੇ। ਕਹਿੰਦੇ ਦੇਖ ਲਾ, ਮੇਰਾ ਪ੍ਰੇਮੀ, ਮੇਰੇ ਨਾਲ ਪਿਆਰ ਕਰਨ ਵਾਲਾ ਆਪ 3 ਦਿਨਾਂ ਦਾ ਭੁੱਖਾ ਹੈ, ਇੱਕ ਚੌਲ ਮਿਲਿਆ, ਅੱਧਾ ਆਪਦੀ ਘਰ ਵਾਲੀ ਨੂੰ ਦੇ ਤੇ ਇੱਕ ਚੌਲ ਦਾ ਦਾਣਾ ਸਾਧ ਸੰਗਤ, ਤੇ ਅੱਧਾ ਮੇਰੇ ਅੱਗੇ ਲਈ ਖੜਾ ਵੀ ਤੂੰ ਖਾ ਪਹਿਲਾਂ, ਤੂੰ ਭੋਗ ਲਗਾ ਪਹਿਲਾਂ। ਸਾਧ ਸੰਗਤ ਜੀ, ਜੋ ਵਾਹਿਗੁਰੂ ਜੀ ਦਾ ਪਿਆਰ ਹੈ ਉਹਦਾ ਕੋਈ ਹੱਦ ਬੰਨਾ ਨਹੀਂ ਰਹਿੰਦਾ। ਵਿਦਵਾਨ ਕਹਿੰਦੇ ਨੇ, ਹੱਦ ਟੱਪੇ ਔਲੀਆ, ਬੇਹੱਦ ਟੱਪੇ ਪੀਰ, ਹੱਦ ਬੇਹੱਦ ਦੋਨੋਂ ਟੱਪੇ ਤਿਸ ਦਾ ਨਾਂ ਫਕੀਰ। ਉੱਥੇ ਜਾ ਕੇ ਤਾਂ ਹੱਦਾਂ ਬੰਨੇ ਟੁੱਟ ਜਾਂਦੇ ਨੇ ਜਿੱਥੇ ਸੱਚਾ ਪ੍ਰੇਮ ਹੁੰਦਾ ਹੈ। ਭਗਵਾਨ ਨੂੰ ਆਉਣਾ ਪੈ ਗਿਆ। ਭਗਵਾਨ ਆਏ, ਸਾਖੀ ਤੁਸੀਂ ਸਾਰੇ ਸਾਡੇ ਨਾਲੋਂ ਜ਼ਿਆਦਾ ਵਧੀਆ ਤਰੀਕੇ ਸਿਰ ਜਾਣਦੇ ਹੋ। ਯਾਦ ਕਰੀ ਗਏ, ਮੰਗਣ ਨਹੀਂ ਗਏ। ਕਹਿੰਦੀ ਆ ਲੈ ਭਗਵਾਨ ਨੂੰ ਮਿਲ ਕੇ ਆ, ਜਾ ਕੇ ਦੁਰਦਸ਼ਾ ਦੱਸ ਕੇ ਆ। ਹੈ ਤੇਰਾ ਮਿੱਤਰ, ਤੇਰੇ ਫਿਰ ਦਰਦ ਨੂੰ ਸਮਝਦਾ ਕਿਉਂ ਨਹੀਂ? ਤੂੰ ਜਾ ਕੇ ਬੇਨਤੀ ਕਿਉਂ ਨਹੀਂ ਕਰਦਾ? ਘਰ ਵਾਲੀ ਦੇ ਕਹਿਣ ਤੇ ਚਲਿਆ ਗਿਆ। ਸਾਧ ਸੰਗਤ ਜਦੋਂ ਪਹੁੰਚਦਾ ਹੈ, द्वारपालों के अगे जाके बेनती करदा है, अरे द्वारपालो कन्हैया से कह दो मिलने तुम्हें आ गरीब आ गया है। जाके कहो तो असी कहंदे तू है कौन? कहंदा मैं बचपन दा मित्र आउंदा। जाके कह दियो कृष्ण मुरारी नू तेरा मित्र सुदामा आया, कह दियो कृष्ण मुरारी नू। जाके कहो तो सही। वो कहंदे तेरे वर्गे 50 भीख मंगदे फिरदे है। वो कहन लग्या मेरे वर्गा नहीं होना, भीख मंगण वाले होर होणगे। जाके एक बारी नौ तां लो भगवान दे कोले, तेरा मित्र आया तैनू मिलण दे वास्ते। हौलिक दे के जाके कहंदे भगवान, कहंदे की रौला पाई जांदे हो मेरे गेट ते खड़े, गल की हो गई, रौला क्यों पाउंदे हो? वो कहंदे महाराज की दसीए, इत्थे मंगते तुरे फिरदे रहिंदे ने। कहंदे होया की? कहंदे महाराज एक मंगता जिहा तुरया फिरदा अपने आप नू ना सुदामा सुदामा कहंदा। कहंदा मैं भगवान दा बचपन दा मित्र हाँ। ओहो, भगवान ने चरनां च जोड़ा भी नहीं पाया, अपने तख्तां तो दौड़ के जांदे है। वो मेरा प्रेमी आ गया, वो मेरा मित्र आ गया। दौड़ के जाके बुक्कल विच लै लिया, घुट के जफ्फी पा ली साध संगत, लिजा के आप दे आसणां ते बिठाता, आप पैरां च बह गए। जे सज्जणा दे सज्जण बणीए, सज्जण बन के रहिए, उच्ची थां ते यार बिठाइए, नीवी थां ते बहिए। ऐं बिठा लिया आसणां दे उत्ते, चरनां च बैठा, सिधामे दे पैरां ते हत्थ फेरदा। वो तू मैनू दस दिंदा मैं आ जांदा, जानी जान है, सब दे दिलां दियां जानन वाला। ऐ पैरां ते हत्थ फेरदा है। तू तेरे पैरां दा देख किन्ना बुरा हाल हो गया। गर्म पानी लियांदा, पैर धोते गए गर्म पानी ना। भगवान पैर धोंदा मित्र दे, ऐ पैर धोई जाता है। साध संगत कंडे लगे कढ़दा है, वो मैली जी धोती पाई हुई, पाटी जी धोती पाई हुई, ऐ कंडे कढ़दा गए ओदी धोती दे विचों। भोजन छकाउंदा। गल सुन, तेरी घरवाली ने, मेरी भरजाई ने मेरे वास्ते कुछ भेजिया नहीं? वो तो चंगी बहुत है, उन्हें मेरे वास्ते जरूर सुशीला ने कुछ ना कुछ भेजिया होऊगा, लिया मैनू छका। हुण उन्हें 3 उंजल चौलों दे पाए सी, पता नहीं किवें कट्ठे कुट्ठे करके। कहंदा दिंदा क्यों नहीं तू मैनू? कहंदा तू महाराज एडे वड्डे तख्तां दा मालक है, महाराज तेरे सोने दा मुकुट है, आ किन्ने महंगे तख्तां ते तू सजिया होया है, किन्ने दास दासियां गोले तेरी सेवा च ने, ओ मेरे चौल तैनू कित्थे पसंद आउणगे? हे महाराज तैनू मेरे चौल कित्थों पसंद आउणगे? हे भगवान रहण दिओ। ओहो, भगवान की कहंदा? जिहदे नाल यारी मित्रता प्रेम है, की कहंदा? बादशाहां दे हलविਆਂ नालों टुकड़े भले फकीरां दे। कहंदे आ मैनू टुकड़े आए ना तू कह कि मैं तेनू की दे देवां,
ਤੂੰ ਮੇਰੇ ਅੱਗੇ ਤਾਂ ਕਰ ਇੱਕ ਵਾਰੀ, ਪ੍ਰੇਮ ਦੀ ਖੇਡ ਹੈ। ਐਂ ਜਦੋਂ ਧੱਕੇ ਨਾਲ ਉਹਦੀ ਧੋਤੀ ਦਾ ਲੜ ਜਿਹੜਾ ਉਹਨੇ ਮੋਢੇ ਦੇ ਪਿੱਛੇ ਸੁੱਟਿਆ ਹੋਇਆ ਸੀ, ਭਗਵਾਨ ਨੇ ਖੋਇਆ, ਐਂ ਖੋਲੀ ਗੰਢ ਉਹਦੀ, 3 ਫੱਕੇ ਮਾਰ ਲਏ। 3 ਲੋਕ ਦੀ ਮਾਇਆ ਉਹ ਸੁਦਾਮੇ ਦੇ ਚਰਨਾਂ ਦੀ ਦਾਸੀ ਬਣਾਤੀ। ਪ੍ਰੇਮ ਦੇ ਬਦਲੇ ਕੀ ਕੁਛ ਦਿੱਤਾ ਜਾ ਸਕਦਾ ਹੈ? ਜੇ ਪ੍ਰੇਮ ਹੈ ਨਾ, ਮੈਂ ਉਹ ਪੰਗਤੀ ਬਾਅਦ ਚ ਕਹੂੰਗਾ ਜੋ ਤੁਹਾਡੇ ਦਿਮਾਗ ਵਿੱਚ ਚੱਲਦੀ ਹੈ, ਸੱਚ ਕਹੂੰ ਵਾਲੀ ਬਾਅਦ ਵਿੱਚ ਕਵਾਂਗੇ। ਜਿੱਥੇ ਸੱਚੇ ਪਾਤਸ਼ਾਹ ਦੀ ਮੋਹਰ ਲਾਉਣੀ ਹੈ ਆਪਾਂ ਨੇ। ਸਾਧ ਸੰਗਤ ਇੰਨੀ ਕੁ ਕਿਰਪਾ ਕਰ ਦਿੱਤੀ, ਉਹ ਕਹਿੰਦੀ ਗੱਲ ਸੁਣੋ ਮਹਾਰਾਜ, 3 ਲੋਕ ਦੀ ਮਾਇਆ ਦੇਤੀ, ਗਰੀਬ ਜਿਹਾ ਸਾਂਭ ਲੂਗਾ ਕਿਤੇ? ਉਹ ਕਹਿੰਦੇ ਸਾਂਭਣ ਵਾਲੀ ਗੱਲ ਤਾਂ ਕਿਰਪਾ ਬੜੀਏ ਤੋਂ ਸਾਂਭੀ ਨਹੀਂ ਗਈ। ਕਿਰਪਾ ਬੜੀਏ ਦੇ ਤੇ ਕਹਿੰਦੇ ਪਤਾ ਤੇ ਦਲਿੱਦਰ ਕਿਉਂ ਪਿਆ? ਕਹਿੰਦੇ ਇੱਕ ਸਮਾਂ ਸੀ ਜਦੋਂ ਇਹ ਘਰੋਂ ਛੋਲੇ ਲੈ ਕੇ ਆ ਗਿਆ ਸੀ ਭੁੰਨੇ ਹੋਏ। ਮੈਂ ਵੀ ਦਰਖਤ ਦੇ ਉੱਪਰ ਚੜਿਆ ਹੋਇਆ ਸੀ, ਇਹ ਵੀ, ਇਹਨੂੰ ਵੀ ਠੰਡ ਬੜੀ ਲੱਗਦੀ ਸੀ, ਮੈਨੂੰ ਵੀ। ਠੰਡ ਤੋਂ ਬਚਣ ਵਾਸਤੇ ਇਹਨੇ ਆਪਦੀ ਪੋਟਲੀ ਜੀ ਖੋਲੀ, ਐ ਆਪਦੇ ਹੱਥ ਦੇ ਉਂਜਲ ਜੇ ਦੇ ਵਿੱਚ ਛੋਲੇ ਲਏ, ਮੁੱਖ ਵਿੱਚ ਪਾ ਲਏ, ਚੱਬਣ ਲੱਗ ਗਿਆ। ਮੈਨੂੰ ਖੜਾਕ ਸੁਣ ਗਿਆ, ਇਹਦੇ ਦੰਦਾਂ ਦਾ ਖੜਕਾ, ਆਵਾਜ਼। ਮੈਂ ਇਹਨੂੰ ਉੱਤੋਂ ਆਵਾਜ਼ ਦੇ ਕੇ ਪੁੱਛਣਾ ਕੀਤਾ, ਉਹ ਕੀ ਖਾਣਾ ਭਾਈ? ਇਹ ਕਹਿੰਦਾ ਨਹੀਂ, ਮੇਰੇ ਤਾਂ ਠੰਡ ਨਾਲ ਹੀ ਦੰਦ ਵੱਜਦੇ ਐ। ਉਹ ਮੈਂ ਫੇਰ ਪੁੱਛਿਆ, ਉਹ ਸੁਦਾਮਿਆ ਤੂੰ ਸੱਚ ਕਿਉਂ ਨਹੀਂ ਦੱਸਦਾ? ਕਹਿੰਦਾ ਨਾ ਕ੍ਰਿਸ਼ਨਾ, ਮੇਰੇ ਤਾਂ ਠੰਡ ਨਾਲ ਹੀ ਦੰਦ ਵੱਜਦੇ ਐ। ਜਦੋਂ ਤੀਜੀ ਵਾਰੀ ਕਹੇਗਾ ਠੰਡ ਨਾਲ ਦੰਦ ਵੱਜਦੇ ਐ, ਕਹਿੰਦੇ ਜਾ ਦਲਿੱਦਰੀਆ, ਇੱਕ ਮੁੱਠੀ ਛੋਲਿਆਂ ਦੀ ਦੇ ਬਦਲੇ ਯਾਰ ਨਾਲ ਹੀ ਝੂਠ ਬੋਲੀ ਜਾਂਦਾ, ਉਹ ਮਿੱਤਰ ਨਾਲ ਹੀ ਝੂਠ ਬੋਲੀ ਜਾਂਦਾ, ਦਗਾ ਕਮਾਈ ਜਾਂਦਾ। ਜਾ ਦਲਿੱਦਰੀਆ, ਮੈਂ ਨਹੀਂ ਤੇਰੇ ਛੋਲੇ ਖਾਂਦਾ। ਬਸ ਉਸੇ ਦਿਨ ਤੋਂ ਲੈ ਕੇ ਦਲਿੱਦਰ ਪੈ ਗਿਆ। ਜਿਹਨੇ ਮਿੱਤਰਤਾ ਨਾ ਸਾਂਭੀ ਹੋਵੇ, ਜਿਹਨੇ ਮਿੱਤਰ ਦੇ ਨਾਲ ਧੋਖਾ ਦਗਾ ਕੀਤਾ ਹੋਵੇ, ਸਾਧ ਸੰਗਤ ਐਸਾ ਦਲਿੱਦਰੀ ਹੋ ਗਿਆ, ਇੱਕ ਧੋਤੀ ਦੇ ਨਾਲ ਹੀ ਸਾਰੀ ਜ਼ਿੰਦਗੀ ਕੱਢ ਰਿਹਾ ਹੈ। ਘਰਵਾਲੀ ਦੇ ਪਾਟੇ ਪੁਰਾਣੇ ਕੱਪੜੇ, 2-2 ਦਿਨ ਜਵਾਕਾਂ ਨੂੰ ਰੋਟੀ ਨਹੀਂ ਜੁੜਦੀ। ਕਹਿੰਦੇ ਆ ਵੀ ਮੈਂ ਤੋਂ ਧੱਕੇ ਨਾਲ ਖੋ ਕੇ ਇਸ ਕਰਕੇ ਚੌਲ ਖਾ ਰਿਹਾ ਹਾਂ ਕਿ ਜੇ ਨੇ ਹੁਣ ਵੀ ਨਾ ਦਿੱਤੇ ਖਾਣੀ ਦਲਿੱਦਰ ਹਟੂ, ਖਾਣੀ ਨਹੀਂ ਹਟੂ। ਆ ਧੱਕੇ ਨਾਲ ਹੀ ਖੋ ਕੇ ਮੈਂ ਖਾ ਰਿਹਾ ਇਹਨੂੰ ਅਮੀਰ ਬਣਾਉਣ ਵਾਸਤੇ, ਇਹਦਾ ਦਲਿੱਦਰ ਕੱਟਣ ਦੇ ਵਾਸਤੇ ਇਹ ਮੈਂ ਕਰ ਰਿਹਾ ਹਾਂ। ਇੰਨੀ ਕੁ ਕਿਰਪਾ ਕਰ ਦਿੱਤੇ। ਅਸੀਂ ਬਚਨ ਕਰ ਰਹੇ ਸਾਂ, ਚਰਨ ਕਮਲ ਸਰਣੰ ਰਮਣੰ ਗੋਪਾਲ ਕੀਰਤਨ ਹੈ। ਜਿਹੜਾ ਸੰਗਤ ਵਿੱਚ ਜਾਂਦਾ ਹੈ, ਜੁਗਤੀ ਸਿੱਖਦਾ ਹੈ, ਪਰਮੇਸ਼ਰ ਦੀ ਯਾਦ ਵਿੱਚ ਜੁੜਦਾ ਹੈ, ਪਰਮੇਸ਼ਰ ਕਿਸੇ ਨਾ ਕਿਸੇ ਰੂਪ ਵਿੱਚ ਆ ਕਰਕੇ ਉਹਦਾ ਭਲਾ ਕਰਕੇ ਜਾਂਦਾ ਹੈ। ਜੇ ਤੁਸੀਂ ਸੋਨਾ ਤੇ ਮੋਨਾ ਦੀ ਸਾਖੀ ਸੁਣਦੇ ਹੋ, ਸਾਧ ਸੰਗਤ ਤੋਂ ਦੋਨੋਂ ਜਾਣੇ ਪਤੀ ਤੇ ਪਤਨੀ ਸਨ। ਰੋਜ਼ ਕਿਸੇ ਨੇ ਕਹਿਤਾ ਮਨ ਦੀ ਸ਼ਾਂਤੀ ਲੈਣੀ ਆ ਗੜਵਾ ਪਾਣੀ ਦਾ ਭਰ ਕੇ ਠਾਕਰਾਂ ਦੀ ਪੂਜਾ ਕਰ ਆਇਆ ਕਰੋ। ਰੋਜ਼ ਅਸੀਂ ਸਾਰਾ ਪ੍ਰਮਾਣ ਨਹੀਂ ਦੇਣਾ, ਜੋ ਇਸ ਦੇ ਨਾਲ ਰਿਲੇਟਿਵ ਹੈ ਉਹੀ ਦਿਆਂਗੇ। ਕਹਿੰਦੇ ਆ ਗੜਵਾ ਪਾਣੀ ਦਾ, ਠੀਕ ਹੈ, ਗੜਵਾ ਪਾਣੀ ਦਾ ਭਰ ਲੈਂਦੇ ਨੇ, ਜਾ ਕੇ ਠਾਕਰਾਂ ਦੀਆਂ ਪੱਥਰ ਦੀਆਂ ਮੂਰਤੀਆਂ ਤੇ ਪਾਏ ਆਉਂਦੇ ਨੇ। ਸਾਨੂੰ ਤਾਂ ਭਗਵਾਨ ਨੇ ਕਹਿਤਾ ਨਾ ਠਾਕੁਰ ਬੋਲਾ ਨਾ ਕਿਛ ਦੇ, ਫੋਕਟ ਕਰਮ ਨੇ ਫਲਕ ਹੈ ਸੇਵ। ਸਾਨੂੰ ਤਾਂ ਗਿਆਨ ਕਰਵਾਤਾ। ਸਾਧ ਸੰਗਤ ਜਾਂਦੇ ਨੇ, ਠਾਕੁਰਾਂ ਤੇ ਪਾਣੀ ਪਾ ਕੇ ਮੁੜੇ ਆਉਂਦੇ ਨੇ ਇਸ਼ਨਾਨ ਕਰਵਾ ਕੇ। ਇੱਕ ਦਿਨ ਸੰਗਤਾਂ ਅਨੰਦਪੁਰ ਸਾਹਿਬ ਨੂੰ ਜਾ ਰਹੀਆਂ ਸਨ ਦਸਵੰਧ ਦੇਣ ਵਾਸਤੇ। ਰਸਤੇ ਵਿੱਚ ਡਾਕੂਆਂ ਨੇ ਅਟੈਕ ਕਰ ਦਿੱਤਾ। ਐਸਾ ਅਟੈਕ ਕੀਤਾ, ਸੰਗਤਾਂ ਨੂੰ ਫੱਟੜ ਕਰਨ ਲੱਗੇ, ਪੈਸਾ ਖੋਹਣ ਲੱਗੇ। ਇੱਕ ਸਤਿਗੁਰਾਂ ਦਾ ਸਿੰਘ ਸੇਵਾਦਾਰ ਜੋ ਸ਼ਸਤਰਧਾਰੀ ਸੀ ਆਇਆ, ਐਸਾ ਤਕੜਾ ਮੁਕਾਬਲਾ ਕੀਤਾ ਤਾਂ ਸਾਧ ਸੰਗਤ ਜੀ ਉਸਨੇ ਡਾਕੂਆਂ ਨੂੰ ਵੱਢ ਦਿੱਤਾ, ਭਜਾ ਦਿੱਤਾ। ਇਹ ਸਾਰੇ ਦਾ ਸਾਰਾ ਦਸਵੰਧ ਦੇ ਕੇ ਸੰਗਤ ਨੂੰ ਅਨੰਦਪੁਰ ਸਾਹਿਬ ਵੱਲ ਨੂੰ ਭੇਜ ਦਿੱਤਾ। ਇਹ ਜ਼ਿਆਦਾ ਫੱਟੜ ਹੋ ਗਿਆ। ਇਹ ਰਾਤਰੀ ਦੀ ਗੱਲ ਸੀ। ਅੰਮ੍ਰਿਤ ਵੇਲੇ ਉਹ ਗੜਵਾ ਪਾਣੀ ਦਾ ਲੈ ਕੇ ਜਾ ਰਹੇ ਨੇ ਕਿ ਅਸੀਂ ਠਾਕੁਰਾਂ ਦਾ ਇਸ਼ਨਾਨ ਕਰਵਾ ਦਈਏ। ਹੁਣ ਜਦੋਂ ਕੋਲ ਦੀ ਲੰਘੇ, ਉਹ ਕਹਿੰਦਾ ਭਾਈ ਮੇਰੇ ਮੁਖ ਵਿੱਚ ਪਾਣੀ ਪਾ ਦਿਓ, ਮੇਰੇ ਪ੍ਰਾਣ ਨਿਕਲਦੇ ਜਾ ਰਹੇ ਕੀ ਕਰਨ, ਮੈਨੂੰ ਪਾਣੀ ਪਿਲਾ ਦਿਓ ਜਰਾ। ਉਹ ਕਹਿੰਦੇ ਨਹੀਂ ਬਈ ਨਹੀਂ, ਇਹਨੂੰ ਥੋੜ੍ਹਾ ਪਾਣੀ ਪਿਲਾਉਣਾ, ਆਪਾਂ ਤਾਂ ਪੱਥਰ ਦੀ ਮੂਰਤੀ ਭਾਵ ਠਾਕੁਰ ਦਾ ਇਸ਼ਨਾਨ ਕਰਵਾਉਣੇ ਜਾ ਕੇ, ਉਦੋਂ ਬਾਅਦ ਵਿੱਚ ਆ ਕੇ ਇਹਨੂੰ ਫਿਰ ਪਾਣੀ ਪਿਲਾਵਾਂਗੇ। ਹੁਣ ਪਹਿਲਾਂ ਕੋਲ ਬੈਠੇ ਰਹੇ, ਪਾਣੀ ਦਾ ਛਿੱਟਾ ਵੀ ਨਹੀਂ ਮਾਰਿਆ, ਫਿਰ ਚਲੇ ਗਏ। ਉਹ ਕਹਿੰਦਾ ਭਾਈ ਮੈਨੂੰ ਪਾਣੀ ਦੀ ਘੁੱਟ ਪਿਲਾ ਦਿਓ, ਕੀ ਪਤਾ ਮੇਰੇ ਸਵਾਸ ਹੀ
ਮੈਂ ਬਚੀ ਜਾਵਾਂ, ਮੇਰੇ ਸਵਾਸ ਚੱਲ ਪੈਣ ਦੁਬਾਰਾ। ਕਹਿੰਦੇ ਨਹੀਂ ਨਹੀਂ, ਸਾਨੂੰ ਕਿਸੇ ਨੇ ਦੱਸਿਆ ਹੋਇਆ ਠਾਕੁਰਾਂ ਦੀ ਪੂਜਾ ਜ਼ਰੂਰੀ ਹੈ, ਤੇਰੀ ਪੂਜਾ ਬਾਅਦ ਚ ਆ ਕੇ ਕਰਾਂਗੇ। ਜਦੋਂ ਤੀਜੀ ਵਾਰ ਕਹੇ ਤੇ ਵੀ ਨਾ ਮੁੜੇ ਤਾਂ ਉਹਦੇ ਹਿਰਦੇ ਚੋਂ ਆਵਾਜ਼ ਨਿਕਲੀ, ਨਾਲੇ ਪਿਆਰ ਕਰਦੇ ਹੋ, ਨਾਲੇ 2 ਘੁੱਟ ਪਾਣੀ ਤੋਂ ਤਰਸਾਉਂਦੇ ਹੋ, ਜਾਓ ਦਰਸ਼ਨ ਨਹੀਂ ਜੇ ਦੇਣ ਲੱਗਾ। ਨਾਲੇ ਪ੍ਰੇਮ ਪਾਉਂਦੇ ਹੋ। ਉਹ ਜਿਸ ਨਾਲ ਪ੍ਰੇਮ ਪਾਇਆ ਇਨਸਾਨ ਦੇ ਅੰਦਰ ਹੀ ਤਾਂ ਵਸਦਾ ਹੈ। ਜਿਹਦੀਆਂ ਬਾਹਰ ਤਲਾਸ਼ਾਂ ਕਰਦਾ ਹੈ ਉਹ ਤੇਰੇ ਅੰਦਰ ਵਸਦਾ ਹੈ, ਉਹ ਤੇਰੇ ਅੰਦਰ ਵਸਦਾ ਹੈ, ਪਰ ਤੈਨੂੰ ਭੇਦ ਨਾ ਦੱਸਦਾ ਹੈ। ਦੇਖਣ ਵਾਲੀ ਤੇਰੇ ਆਖੀ ਨਹੀਂ ਹੈ। ਨਾਨਕ ਸੇ ਅਖੜੀਆਂ ਬਿਆਨ ਜਿਨੇ ਦਿਸੰਦੋ ਮਾਂ ਪਿਰੀ। ਉਹ ਅੱਖਾਂ ਹੀ ਹੋਰ ਨੇ ਜਿਹਦੇ ਨਾਲ ਵਾਹਿਗੁਰੂ ਦਿਸਦਾ ਹੈ। ਉਹ ਚਲੇ ਗਏ, ਪੱਥਰ ਦੀ ਮੂਰਤੀ ਭਾਵ ਭਗਵਾਨ ਦੀ ਪੂਜਾ ਕੀਤੀ, ਇਸ਼ਨਾਨ ਕਰਵਾਇਆ। ਜਦੋਂ ਇਸ਼ਨਾਨ ਕਰਾ ਕੇ ਮੁੜਨ ਲੱਗੇ, ਭਗਵਾਨ ਦੀ ਮੂਰਤੀ ਚੋਂ ਆਵਾਜ਼ ਆਈ, ਨਾਲੇ ਪਿਆਰ ਪਾਉਂਦੇ ਹੋ, ਨਾਲੇ 2 ਘੁੱਟ ਪਾਣੀ ਤੋਂ ਤਰਸਾਉਂਦੇ ਹੋ, ਜਾਓ ਦਰਸ਼ਨ ਨਹੀਂ ਜੇ ਦੇਣ ਲੱਗਾ। ਮਨ ਉਦਾਸ ਹੋ ਗਿਆ। ਕਹਿੰਦੇ ਇਹ ਤਾਂ ਉਹਦੀ ਆਤਮਾ ਦੀ ਪੁਕਾਰ ਹੈ। ਇੱਕਦਮ ਗਏ, ਗੜਵਾ ਪਾਣੀ ਦਾ ਭਰਿਆ, ਭਰ ਕੇ ਉਹ ਜੋ ਸਰੀਰ ਛੱਡ ਰਿਹਾ ਸੀ ਉਹਦੇ ਕੋਲ ਪਹੁੰਚੇ। ਜਦੋਂ ਜਾ ਕੇ ਪਾਣੀ ਦਾ ਛਿੱਟਾ ਮਾਰ ਕੇ ਮੱਥੇ ਤੇ ਹੱਥ ਲਗਾਇਆ, ਬਾਂਹ ਚੁੱਕ ਕੇ ਨਬਜ਼ ਦੇਖੀ, ਉਹ ਤਾਂ ਚੜ੍ਹਾਈ ਕਰ ਗਿਆ। ਹੁਣ ਕਿਹਨੂੰ ਪਾਣੀ ਪਿਲਾਉਣਾ? ਜਿਹਦੇ ਨਾਲ ਪ੍ਰੇਮ ਕਰਦੇ ਉਹਦੇ ਅੰਦਰ ਹੈ, ਉਹਨੂੰ ਪਾਣੀ ਨਹੀਂ ਪਿਲਾਇਆ, ਪੱਥਰ ਦੀ ਮੂਰਤੀ ਤੇ ਪਾਣੀ ਚੜ੍ਹਾਤਾ ਜਾ ਕੇ। ਪ੍ਰੇਮ ਖਤਮ ਹੋ ਗਿਆ। ਸਾਧ ਸੰਗਤ ਜੀ, ਮਨ ਦੀ ਭਟਕਣਾ ਖੋਰ ਵੱਧ ਗਈ, ਉਚਾਟ ਹੋ ਗਿਆ ਮਨ ਬਹੁਤ ਜ਼ਿਆਦਾ। ਫਿਰ ਕਿਸੇ ਨੂੰ ਪੁੱਛਿਆ ਸੀ ਕੀ ਕਰੀਏ, ਮਨ ਸ਼ਾਂਤ ਕਿੱਦਾਂ ਹੋਵੇ? ਕਹਿੰਦੇ ਇਹ ਖਿੰਡੇ ਪੁੰਡੇ ਮਨ ਨੂੰ, ਇਹ ਭੱਠ ਵਿੱਚ ਪਏ ਦਾਣੇ ਦੇ ਵਿੱਚ ਦਾਣਾ ਭੁੱਜਦਾ ਹੈ, ਉਹਦੇ ਵਾਂਗ ਤਪਦੇ ਹੋਏ ਮਨ ਨੂੰ ਰੋਕਣ ਵਾਲਾ ਕੇਵਲ ਗੁਰੂ ਗੋਬਿੰਦ ਸਿੰਘ ਸੱਚਾ ਪਾਤਸ਼ਾਹ ਹੈ। ਉਹ ਤੋਂ ਬਿਨਾਂ ਮਨ ਸ਼ਾਂਤ ਨਹੀਂ ਕੋਈ ਕਰ ਸਕਦਾ। ਕਹਿੰਦੇ ਫਿਰ ਹੁਣ ਅਸੀਂ, ਕਹਿੰਦੇ ਇੱਧਰ ਰਾਏਪੁਰ ਨੂੰ ਰਾਣੀ ਦੇ ਕੋਲ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆ ਰਹੇ ਹਨ। ਆਪਾਂ ਰਸਤੇ ਵਿੱਚ ਖੜ ਜਾਂਦੇ ਆ, ਸੱਚੇ ਪਾਤਸ਼ਾਹ ਨੂੰ ਮਿਲ ਲੈਂਦੇ ਆ ਔਰ ਮੱਥਾ ਟੇਕ ਕੇ ਪੁੱਛ ਲਾਂਗੇ, ਮਹਾਰਾਜ ਉਹ ਸਿੱਖ ਦੀ ਸੇਵਾ ਨਹੀਂ ਕੀਤੀ, ਅਸੀਂ ਕਿਰਪਾ ਕਰਕੇ ਮਾਫੀ ਦੇ ਦਿਓ। ਤੇ ਸਤਿਗੁਰੂ ਤਾਂ ਬਖਸ਼ਿੰਦ ਨੇ, ਸਾਨੂੰ ਮਾਫ ਕਰ ਦੇਣਗੇ। ਹੁਣ ਜਦੋਂ ਗਏ ਤੇ ਇਧਰਲੇ ਪਾਸੇ ਜਾ ਕੇ ਖੜ ਗਏ, ਇੱਕ ਸਿੱਖ ਨੂੰ ਗੁਰੂ ਗੋਬਿੰਦ ਸਿੰਘ ਕਹਿੰਦੇ ਉੱਥੇ 2 ਬੰਦੇ ਖੜੇ ਹੋਣਗੇ, ਇੱਕ ਪਤੀ ਇੱਕ ਪਤਨੀ, ਉਹਨੂੰ ਜਾ ਕੇ ਸੁਨੇਹਾ ਦੇ ਦਿਓ, ਨਾਲੇ ਪਿਆਰ ਪਾਉਂਦੇ ਹੋ, ਨਾਲੇ 2 ਘੁੱਟ ਪਾਣੀ ਤੋਂ ਤਰਸਾਉਂਦੇ ਹੋ। ਉਹਨਾਂ ਨੂੰ ਕਹਿ ਦਿਓ ਦਰਸ਼ਨ ਨਹੀਂ ਹੋਣੇ, ਤੁਹਾਨੂੰ ਨਹੀਂ ਦਰਸ਼ਨ ਹੋਣਗੇ। ਆਪ ਸੱਚੇ ਪਾਤਸ਼ਾਹ ਉਧਰਲੇ ਪਾਸੇ ਦੀ ਚਲੇ ਗਏ। ਇਵੇਂ ਕਿਵੇਂ ਉਹਨਾਂ ਨੂੰ ਜਾ ਕੇ ਸੁਨੇਹਾ ਦੇ ਦਿੱਤਾ, ਹੁਣ ਭੁੱਬਾ ਮਾਰਦੇ ਐ। ਕਹਿੰਦੇ ਨਾਲੇ ਪਿਆਰ ਪਾ ਲਿਆ, ਨਾਲੇ ਪਿਆਰ ਤੋਂ ਤਰਸਾ ਦਿੱਤਾ, ਬੜੀ ਮਾੜੀ ਗੱਲ ਹੋ ਗਈ। ਚਰਨ ਕਮਲ ਸਰਣੰ ਰਮਣੰ ਗੋਪਾਲ ਕੀਰਤਨੈ। ਜੇ ਸਤ ਸੰਗਤ ਵਿੱਚ ਆਉਂਦੇ ਹਾਂ, ਜੋ ਰੂਲ ਐਂਡ ਰੈਗੂਲੇਸ਼ਨ ਸਾਨੂੰ ਦਿੱਤੇ ਨੇ ਉਹਨਾਂ ਨੂੰ ਫੋਲੋ ਕਰਨਾ ਵੀ ਜ਼ਿਆਦਾ ਜ਼ਰੂਰੀ ਹੈ। ਇਹ ਨਾ ਹੋਵੇ ਕਿ ਅਸੀਂ ਆਏ, ਸੁਣਿਆ, ਜਦੋਂ ਜੋੜਾ ਪਾਇਆ ਨਾਲ ਦੀ ਨਾਲ ਸਭ ਕੁਝ ਭੁੱਲ ਗਏ। ਇਹ ਨਹੀਂ ਹੋਣਾ ਚਾਹੀਦਾ। ਸੱਚੇ ਪਾਤਸ਼ਾਹ ਕੋਲ ਅਨੰਦਪੁਰ ਸਾਹਿਬ ਪਹੁੰਚ ਗਏ। ਸੱਚੇ ਪਾਤਸ਼ਾਹ ਦੇ ਜਦੋਂ ਦਰਬਾਰ 'ਚ ਜਾਣ ਲੱਗੇ, ਪਹਿਰੇਦਾਰ ਨੂੰ ਕਹਿੰਦੇ ਉਹ ਜਿਹੜੇ 2 ਜਣੇ ਤੁਰੇ ਆਉਂਦੇ ਆ ਨਾ, ਉਹਨਾਂ ਨੂੰ ਜਾ ਕੇ ਸੁਨੇਹਾ ਦੇ ਦਿਓ, ਨਾਲੇ ਪਿਆਰ ਪਾਉਂਦੇ ਹੋ, ਨਾਲੇ 2 ਘੁੱਟ ਪਾਣੀ ਤੋਂ ਤਰਸਾਉਂਦੇ ਹੋ, ਦਰਸ਼ਨ ਨਹੀਂ ਹੋਣੇ ਤੁਹਾਨੂੰ। ਉਹ ਵਾਪਸ ਆ ਕੇ ਮੁੜ ਆਏ, ਰੋਂਦੇ ਨੇ। ਕਹਿੰਦੇ ਹੁਣ ਕੀ ਕਰੀਏ? ਉੱਥੇ ਕੇਸਰ ਸਿੰਘ ਨਾਮ ਦਾ ਸਾਧ ਸੰਗਤ, ਕੇਸਰ ਸਿੰਘ ਨਾਮ ਦਾ ਉੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦਾ ਬਾਗਵਾਨ ਸੀ, ਜਿਹੜਾ ਗਾਰਡਨ ਦੀ ਸੇਵਾ ਕਰਦਾ ਸੀ। ਉਹਨਾਂ ਦੇ ਕੋਲ ਦੀ ਜਦੋਂ ਲੰਘਣ ਲੱਗੇ, ਮਨ ਵੈਰਾਗੀ ਹੈ, ਮਨ ਉਦਾਸ ਹੈ, ਮਨ ਰੋ ਰਿਹਾ ਹੈ। ਪੁੱਛਣਾ ਕੀਤਾ, ਤੁਸੀਂ ਕਿਉਂ ਰੋਂਦੇ ਹੋ ਭਾਈ? ਕਹਿੰਦੇ ਕੀ ਦਸੀਏ, ਆਹ ਸਾਡੇ ਤੋਂ ਗਲਤੀ ਹੋ ਗਈ, ਸੱਚੇ ਪਾਤਸ਼ਾਹ ਹੁਣ ਦਰਸ਼ਨ ਨਹੀਂ ਦੇ ਰਹੇ, ਮਨ ਬੜਾ ਉਦਾਸ ਹੈ ਸਾਡਾ, ਸੱਚੇ ਪਾਤਸ਼ਾਹ ਤੋਂ ਵਿਛੜੀ ਮਰ ਜਾਂਗੇ ਹੁਣ ਅਸੀਂ। ਕਹਿੰਦੇ ਇਉਂ ਕਰੋ, ਦੱਸਿਓ ਨਾ ਕਿਸੇ ਨੂੰ, ਮੇਰੇ ਕੋਲ ਰਹਿ ਲਓ, ਮੈਂ ਤੁਹਾਨੂੰ ਸਤਿਗੁਰਾਂ ਨਾਲ ਮਿਲਾ ਸਕਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਕ ਕਿਸਮ ਦੇ ਫੁੱਲ ਨੇ, ਜਿਹੜੇ ਫੁੱਲਾਂ ਦਾ ਹਾਰ ਬੜਾ ਪਸੰਦ ਕਰਦੇ ਨੇ। ਮਾਤਾ ਜੀਤ ਕੌਰ ਜੀ ਉਹ ਫੁੱਲ ਸਵੇਰੇ ਤਾਜ਼ੇ ਤਾਜ਼ੇ ਤੋੜ ਕੇ ਲੈ ਕੇ ਜਾਂਦੇ ਐ, ਇਸ਼ਨਾਨ ਕਰਾਉਂਦੇ, ਸਿਹਰਾ ਹਾਰ ਬਣਾਉਂਦੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਗਲ 'ਚ ਸਜਾਉਂਦੇ ਐ। ਸਤਿਗੁਰੂ ਧਾਰਨ ਕਰਕੇ ਫਿਰ ਤਖਤਾਂ 'ਤੇ ਸੁਭਾਏਮਾਨ ਹੁੰਦੇ ਨੇ।
ਜੇ ਤੁਸੀਂ ਕਰੁੱਤੇ ਫੁੱਲ ਪੈਦਾ ਕਰਕੇ ਉਹਨਾਂ ਦੇ ਫੁੱਲਾਂ ਦੇ ਹਾਰ ਸਤਿਗੁਰਾਂ ਦੇ ਗਲ ਵਿੱਚ ਧਾਰਨ ਕਰਵਾ ਦਿਓ, ਜਿੱਡਾ ਵੱਡਾ ਮਰਜ਼ੀ ਅਪਰਾਧ ਕੀਤਾ ਹੋਵੇ ਸਤਿਗੁਰੂ ਬਖਸ਼ ਦੇਣਗੇ। ਹੁਣ ਇੱਧਰ ਫੁੱਲ ਤਿਆਰ ਹੋ ਰਹੇ ਹਨ, ਬੜੀ ਮਿਹਨਤ ਤੇ ਲਗਨ ਦੇ ਨਾਲ। ਸਤਿਗੁਰੂ ਟਹਿਲਦੇ ਆ ਕੇ ਕਹਿੰਦੇ ਕੇਸਰਾ ਸਿਆ ਆ ਭਾਈ ਫੁੱਲ ਬੜੇ ਵਧੀਆ ਤਿਆਰ ਕੀਤੇ ਨੇ। ਕਹਿੰਦੇ ਸੱਚੇ ਪਾਤਸ਼ਾਹ ਪਤੀ ਤੇ ਪਤਨੀ ਆਏ ਹੋਏ ਨੇ, ਅੰਤਾਂ ਦੀ ਸੇਵਾ ਕਰਦੇ ਨੇ। ਕਹਿੰਦੇ ਸੇਵਾ ਤਾਂ ਬੜੀ ਕਰਦੇ ਐ, ਪਰ ਮੇਰਾ ਸੁਨੇਹਾ ਦੇ ਦਿਓ, ਜਿੰਨੀ ਮਰਜ਼ੀ ਸੇਵਾ ਕਰ ਲੈਣ, ਨਾਲੇ ਪਿਆਰ ਪਾਉਂਦੇ ਐ, ਨਾਲੇ 2 ਘੁੱਟ ਪਾਣੀ ਤੋਂ ਤਰਸਾਉਂਦੇ ਐ। ਉਹਨਾਂ ਨੂੰ ਕਹਿ ਦਿਓ ਦਰਸ਼ਨ ਨਹੀਂ ਜੇ ਦੇਣ ਲੱਗਾ। ਜਦੋਂ ਸੁਨੇਹਾ ਦਿੱਤਾ ਅੰਦਰ ਖੜੇ ਸੁਣੇ ਰਹੇ ਸੀ, ਮਨ ਬੜਾ ਉਦਾਸ ਹੋ ਗਿਆ। ਐ ਮਨਾ ਸੱਚੇ ਪਾਤਸ਼ਾਹ ਨੇ ਤਾਂ ਫੁੱਲ ਤਿਆਰ ਕੀਤਿਆਂ ਤੇ ਵੀ ਜਵਾਬ ਦੇ ਦਿੱਤਾ, ਹੁਣ ਸਾਡਾ ਕਿਆ ਬਣੇਗਾ। ਕੇਸਰਾ ਸਿੰਘ ਕਹਿੰਦਾ ਰੋਵੋ ਨਾ, ਤਿਆਰੀ ਕਰੋ, ਹੋਰ ਤਿਆਰੀ, ਹੋਰ ਪ੍ਰੇਮ, ਹੋਰ ਭਾਵਨਾ ਦੇ ਨਾਲ ਤਿਆਰ ਕਰੋ। ਕਰਦੇ ਰਹੇ ਸਾਧ ਸੰਗਤ। ਉਹ ਦਿਨ ਆ ਗਿਆ ਜਿੱਦਣ ਅੱਜ ਫੁੱਲ ਤੋੜਨੇ ਨੇ ਤੇ ਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਗਲੇ ਦੇ ਵਿੱਚ ਧਾਰਨ ਕਰਵਾਉਣੇ ਨੇ, ਔਰ ਸਤਿਗੁਰਾਂ ਨੇ ਮਾਫ ਕਰ ਦੇਣੇ, ਸਾਰੀਆਂ ਗਲਤੀਆਂ ਮਾਫ ਕਰ ਦੇਣੀਆਂ ਨੇ। ਅੱਜ ਉਹ ਦਿਨ, ਉਹ ਟਾਈਮ ਆ ਗਿਆ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਰਾਤਰੀ ਦਾ ਸਮਾਂ ਦੇਖ ਕੇ ਗਏ ਨੇ, ਔਰ ਇਹਨਾਂ ਨੇ ਵੀ ਦੇਖਿਆ ਆ ਕਿੱਡੇ ਕਿੱਡੇ ਫੁੱਲ ਲੱਗੇ ਨੇ, ਕਰੁੱਤੇ ਫੁੱਲ ਬਿਨਾਂ ਰੁੱਤ ਤੋਂ ਬੇਮੌਸਮੇ ਆ ਤੋੜ ਲੈਣੇ ਨੇ ਤੇ ਸਤਿਗੁਰਾਂ ਦੇ ਗਲੇ 'ਚ ਹਾਰ ਸਜਾ ਦੇਣਾ, ਮਾਫੀ ਮਿਲ ਜਾਣੀ, ਭਗਵਾਨ ਦਾ ਦੀਦਾਰ ਰੱਜ ਰੱਜ ਕੇ ਕਰਾਂਗੇ। ਸਾਧ ਸੰਗਤ ਇੱਕ ਰੋਡਾ ਜਲਾਲੀ ਨਾਮ ਦਾ ਫਕੀਰ ਆ ਗਿਆ। ਰੋਡਾ ਜਲਾਲੀ ਆ ਕੇ ਕਹਿੰਦਾ ਗੱਲ ਸੁਣੋ, ਕਿੰਨੇ ਸੋਹਣੇ ਫੁੱਲ ਲੱਗੇ ਨੇ, ਅਸੀਂ ਫਕੀਰ ਲੋਕ ਆ, ਅਸੀਂ ਦਰਗਾਹ ਤੇ ਚੜਾਉਣੇ ਨੇ, ਆ ਫੁੱਲ ਦੇ ਦਿਓ। ਉਹ ਕਹਿੰਦੇ ਨਾ ਭਾਈ ਇਹ ਨਹੀਂ ਹੋ ਸਕਦਾ, ਇੰਨੀ ਜੱਦੋ ਜਹਿਦ ਮਿਹਨਤ ਦੇ ਨਾਲ ਅਸੀਂ ਫੁੱਲ ਤਿਆਰ ਕੀਤੇ ਐ, ਜੇ ਕਿਤੇ ਤੂੰ ਹੁਣੇ ਫੁੱਲ ਲੈ ਗਿਆ ਸਾਨੂੰ ਗੁਰੂ ਗੋਬਿੰਦ ਸਿੰਘ ਕਿਵੇਂ ਮਾਫ ਕਰਨਗੇ, ਅਸੀਂ ਨਹੀਂ ਦੇਣੇ। ਕਹਿੰਦਾ ਮੈਂ ਸ਼ਰਾਫ ਦੇ ਦੂੰਗਾ, ਨਾ ਜੜ ਨਾ ਮੇਖ ਦਾ। ਕਹਿੰਦੇ ਜੋ ਮਰਜ਼ੀ ਦੇਈ ਚੱਲ, ਪਹਿਲੇ ਹੀ ਸ਼ਰਾਫ ਬੜੇ ਨੇ, ਹੁਣ ਤੇਰਾ ਸ਼ਰਾਫ ਸਾਨੂੰ ਕੀ ਲੱਗਣਾ। ਆਰਾਮ ਕਰਨ ਲੱਗ ਗਏ ਅੰਦਰ ਜਾ ਕੇ। ਰੋਡਾ ਜਲਾਲੀ ਰਾਤ ਨੂੰ ਸਾਰੇ ਫੁੱਲ ਤੋੜ ਕੇ ਲੈ ਗਿਆ ਭਾਈ, ਸਾਰੇ ਦੇ ਸਾਰੇ ਫੁੱਲ ਤੋੜ ਲਏ, ਪਟਾਰੀ ਭਰ ਲਈ। ਇੱਧਰ ਜਦੋਂ ਸਵੇਰ ਹੋਈ ਹੈ, ਇਸ਼ਨਾਨ ਕੀਤਾ, ਚਾਹ ਨਹੀਂ ਚੱਕਿਆ ਜਾਂਦਾ, ਹੁਣੇ ਫੁੱਲ ਤੋੜਨੇ ਨੇ। ਆ 10 ਮਿੰਟਾਂ ਨੂੰ ਮਾਤਾ ਅਜੀਤ ਕੌਰ ਜੀਆਂ ਨੇ ਫੁੱਲਾਂ ਦਾ ਸਿਹਰਾ ਤਿਆਰ ਕਰ ਲੈਣਾ, ਔਰ ਅੱਧੇ ਘੰਟੇ ਨੂੰ ਸਤਿਗੁਰਾਂ ਦੇ ਗਲ 'ਚ ਧਾਰਨ ਕਰਵਾ ਦੇਣਾ, ਘੰਟੇ ਨੂੰ ਸਤਿਗੁਰਾਂ ਨੇ ਸਾਨੂੰ ਬੁੱਕਲ 'ਚ ਲੈ ਲੈਣੇ। ਇੰਨਾ ਚਾਹ ਨਹੀਂ ਚੱਕਿਆ ਜਾਂਦਾ। ਇਸ਼ਨਾਨ ਕੀਤਾ, ਜਦੋਂ ਆ ਕੇ ਤਿਆਰੀ ਕੀਤੀ, ਉਹ ਕੱਪੜਾ ਜਿਹਾ ਬੰਨ੍ਹ ਕੇ, ਝੋਲਾ ਜਿਹਾ ਬੰਨ੍ਹ ਕੇ, ਜਿਹਦੇ ਵਿੱਚ ਤੋੜ ਤੋੜ ਕੇ ਪਾਉਣੇ। ਜਦੋਂ ਆਏ ਕਿਆਰੀਆਂ ਦੇਖਦੇ ਨੇ ਸਾਧ ਸੰਗਤ, ਕਿਆਰੀਆਂ ਦੇ ਵਿੱਚ ਸਭ ਕੁਛ ਰੁੰਡ ਮੁੰਡ ਹੋਇਆ ਪਿਆ, ਸਾਰੇ ਫੁੱਲ ਟੁੱਟ ਚੁੱਕੇ, ਕੋਈ ਫੁੱਲ ਨਹੀਂ ਹੈ। ਦੋਨੋਂ ਜਾਣੇ, ਕੇਸਰਾ ਸਿੰਘ ਹਜੇ ਇਸ਼ਨਾਨ ਕਰਦਾ ਹੈ, ਇੱਧਰ ਪਤੀ ਤੇ ਪਤਨੀ ਸੋਹਣਾ ਤੇ ਮੋਹਨਾ, ਦੋਨੋਂ ਜਾਣੇ ਦੇਖ ਕੇ ਬੇਹੋਸ਼ ਹੋ ਕੇ ਡਿੱਗ ਗਏ। ਕਹਿੰਦੇ ਆਖਰੀ ਚਾਂਸ ਸਾਡੇ ਪਾਸ ਸੀ ਬਖਸ਼ਾਉਣ ਦਾ, ਉਹ ਵੀ ਸਮਾਂ ਗਿਆ, ਹੁਣ ਸਾਨੂੰ ਕਿਹਨੇ ਬਖਸ਼ਣਾ। ਬੇਹੋਸ਼ ਹੋ ਕੇ ਡਿੱਗ ਗਏ। ਉਧਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਤਿਆਰੀ ਕਰਦੇ ਨੇ ਦਰਬਾਰ 'ਚ ਆਉਣ ਦੀ। ਇਹ ਰੋਡਾ ਜਲਾਲੀ ਜਾ ਕੇ ਨਾ ਐ ਪਟਾਰੀ ਤੋਂ ਢੱਕਣ ਚੱਕ ਕੇ ਸਤਿਗੁਰਾਂ ਦੇ ਅੱਗੇ ਧਰ ਕੇ ਕਹਿੰਦਾ ਦੇਖੋ ਜਿਹੜੇ ਫੁੱਲ ਤੁਹਾਨੂੰ ਪਸੰਦ ਨੇ ਮੈਂ ਲੈ ਕੇ ਆਇਆ, ਮੈਂ ਤੁਹਾਡੀ ਪਸੰਦ ਦੇ ਫੁੱਲ ਲੈ ਕੇ ਆਇਆ। ਸਤਿਗੁਰੂ ਸੱਚੇ ਪਾਤਸ਼ਾਹ ਫੁੱਲਾਂ ਵੱਲ ਦੇਖ ਕੇ ਕਹਿੰਦੇ ਫੁੱਲ ਨਹੀਂ ਤੂੰ ਤੋੜ ਕੇ ਲਿਆਇਆ 2 ਦਿਲਾਂ ਨੂੰ ਤੋੜ ਕੇ, ਤੂੰ ਤਾਂ ਦਿਲ ਤੋੜ ਕੇ ਲਿਆਇਆ ਉਹਨਾਂ ਦੇ। ਉਹ ਵਿਚਾਰੇ ਮੇਰੇ ਕੋਲ ਆਉਣ ਦੀ ਤਿਆਰੀ ਕਰਦੇ ਐ, ਮਿੰਟ ਮਿੰਟ ਉਹਨਾਂ ਦਾ ਭਾਰੀ ਹੈ, ਮਸਾ ਮਸਾ ਉਹਨਾਂ ਦਾ ਟਾਈਮ ਲੰਘ ਰਿਹਾ ਹੈ। ਇੱਕ ਪਲ ਦਿਨ ਸਮੋਕੋ ਬਹੁਤ ਦਿਖਾ ਰਿਹਾ, ਉਹਨਾਂ ਦਾ ਮਨ ਇੱਕ ਇੱਕ ਮਿੰਟ, ਇੱਕ ਇੱਕ ਸਕਿੰਟ ਇਉਂ ਲੱਗਦਾ ਜਿਵੇਂ ਘੰਟਿਆਂ ਬੱਧੀ, ਹਫ਼ਤਿਆਂ ਬੱਧੀ, ਮਹੀਨਿਆਂ ਬੱਧੀ, ਸਾਲਾਂ ਬੱਧੀ ਬਤੀਤ ਹੁੰਦਾ ਹੋਵੇ। ਇੱਕ ਇੱਕ ਮਿੰਟ ਬਤੀਤ ਨਹੀਂ ਹੋ ਰਿਹਾ ਉਹਨਾਂ ਦਾ, ਜਿਵੇਂ ਸਮਾਂ ਖੜ ਗਿਆ ਹੋਵੇ। ਤੂੰ ਜਾ ਕੇ ਸਾਰੇ ਫੁੱਲ ਤੋੜ ਕੇ ਲੈ ਕੇ ਆ ਗਿਆ, ਤੂੰ ਬੜਾ ਵੱਡਾ ਪਾਪ ਕੀਤਾ ਹੈ। ਸਤਿਗੁਰੂ ਜੋੜਾ ਛੱਡ ਗਏ, ਦੌੜ ਦੌੜ ਕੇ ਉਸ ਗਾਰਡਨ ਵਿੱਚ ਪਹੁੰਚ ਗਏ ਸਾਧ ਸੰਗਤ ਜੀ, ਜਿੱਥੇ ਕਰੁੱਤੇ ਫੁੱਲ ਬੀਜੇ ਹੋਏ ਸਨ। ਜਾ ਕੇ ਦੇਖਿਆ ਪ੍ਰੇਮ ਕਰਨ ਵਾਲੇ ਉਹ ਦੋਨੋਂ ਬੇਹੋਸ਼ ਹੋਏ ਡਿੱਗੇ ਪਏ ਹਨ। ਆ ਸੋਹਣਾ
ਆ ਮੋਨਾ ਦੋਨੋਂ ਬੇਹੋਸ਼ ਹੋਏ ਪਏ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਗੋਡਿਆਂ ਭਾਰ ਬੈਠੇ ਨੇ, ਦੋਨੋਂ ਗੋਡੇ ਧਰਤੀ ਤੇ। ਸੱਚੇ ਪਾਤਸ਼ਾਹ ਨੇ ਇੱਕ ਦਾ ਸਿਰ ਚੱਕ ਕੇ ਇਧਰਲੇ ਪੱਟ ਤੇ ਰੱਖਿਆ, ਇੱਕ ਦਾ ਸਿਰ ਚੱਕ ਕੇ ਇਧਰਲੇ ਪੱਟ ਤੇ ਰੱਖਿਆ। ਉਹ ਜਿਹੜਾ ਕਮਰ ਕਸਾ ਬੰਨਿਆ ਨਾ, ਉਹਦਾ ਲੜ ਖੋਲ ਕੇ ਦੋਨੋਂ ਹੱਥਾਂ ਦੇ ਵਿੱਚ ਲੜ ਪਕੜ ਕੇ ਦੋਨਾਂ ਦੇ ਮੁੱਖ ਦੇ ਉੱਤੇ ਫੇਰ ਰਹੇ ਨੇ। ਨਾਲੇ ਕਹਿੰਦੇ ਨੇ ਨਾਲੇ ਪਿਆਰ ਪਾਉਂਦੇ ਹੋ, ਨਾਲੇ ਸੁੱਤੇ ਪਏ ਹੋ, ਅੱਖਾਂ ਖੋਲੋ, ਦੇਖੋ ਤੁਹਾਨੂੰ ਦਰਸ਼ਨ ਦੇਣ ਵਾਸਤੇ ਆ ਗਿਆ। ਆ ਪਹੁੰਚ ਗਿਆ ਤੁਹਾਡਾ ਪ੍ਰੀਤਮ ਪਿਆਰਾ, ਜਿਹਨੂੰ ਤੁਸੀਂ ਯਾਦ ਕਰ ਰਹੇ ਸੀ, ਜਿਹਦੇ ਵਿਛੋੜੇ ਦੀ ਅੱਗ ਵਿੱਚ ਸੜ ਰਹੇ ਸੀ। ਤੁਹਾਨੂੰ ਪ੍ਰੇਮ ਕਰਨ ਵਾਲਾ, ਤੁਸੀਂ ਜਿਹਨੂੰ ਪ੍ਰੇਮ ਕਰਦੇ ਹੋ, ਤੁਹਾਡਾ ਪ੍ਰੀਤਮ, ਤੁਹਾਡਾ ਮਿੱਤਰ, ਤੁਹਾਡਾ ਮਾਤਾ ਪਿਤਾ, ਤੁਹਾਡਾ ਸਭ ਕੁਝ ਹੀ ਆ ਗਿਆ। ਖੋਲੋ ਅੱਖਾਂ। ਜਦੋਂ ਸਾਧ ਸੰਗ ਸੱਚੇ ਪਾਤਸ਼ਾਹ ਨੇ ਮੁੱਖ ਤੇ ਹੱਥ ਫੇਰਿਆ ਦੋਨਾਂ ਦੇ, ਅੱਖਾਂ ਖੋਲ ਕੇ ਪ੍ਰੀਤਮਾ ਆ ਗਿਆ। ਹੇ ਪ੍ਰੀਤਮ ਸੱਚੇ ਪਾਤਸ਼ਾਹ, ਇੰਨੇ ਚਿਰਾਂ ਦੇ ਪਏ ਹੋਏ ਵਿਛੋੜੇ ਸਾਡੇ ਤੂੰ ਕੱਟ ਦਿੱਤੇ। ਹੇ ਪ੍ਰੀਤਮਾ, ਸਾਡੀਆਂ ਗਲਤੀਆਂ ਭੁੱਲਾਂ ਬਖਸ਼ ਦਿੱਤੀਆਂ। ਹੇ ਸੱਚਿਆ ਪਾਤਸ਼ਾਹ, ਤੂੰ ਆ ਗਿਆ। ਤੇਰਾ ਕਿਵੇਂ ਕਿਵੇਂ ਸ਼ੁਕਰ ਗੁਜ਼ਾਰਾ ਮਾਲਕਾ, ਜਿਹੜਾ ਤੂੰ ਆਪਦੇ ਤਖਤ ਛੱਡ ਕੇ ਸਾਡੀ ਫੁੱਲਾਂ ਦੀ ਕਿਆਰੀ ਦੇ ਵਿੱਚ ਮਹਾਰਾਜ ਗੋਡਿਆਂ ਭਾਰ ਬੈਠਾ, ਸਾਡੇ ਸਿਰ ਤੇਰੀ ਬੁੱਕਲ ਵਿੱਚ ਨੇ। ਹੇ ਪ੍ਰੀਤਮ ਪਿਆਰਿਆ, ਇੰਨਾ ਕਿਉਂ ਤਰਸਾਇਆ, ਇੰਨਾ ਕਿਉਂ ਤਰਸਾਇਆ। ਫਿਰ ਭਗਵਾਨ ਨੇ ਦੱਸਿਆ, ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ, ਕਹਿੰਦੇ ਭਾਈ ਮੈਂ ਪੱਥਰਾਂ 'ਚ ਨਹੀਂ ਵੱਸਦਾ, ਮੈਂ ਦਿਲਾਂ 'ਚ ਵੱਸਦਾ। ਜੇ ਕਿਸੇ ਦਿਲ ਦੇ ਉੱਤੇ ਦਇਆ ਕੀਤੀ ਜਾਵੇ, 68 ਤੀਰਥ ਸਗਲਪਨ ਜੀ ਦਇਆ ਪ੍ਰਵਾਨ। ਇੱਕ ਜੀਵ ਤੇ ਦਇਆ ਕੀਤੀ ਜਾਵੇ, ਘਰੇ ਬੈਠੇ ਨੂੰ 68 ਤੀਰਥਾਂ ਦਾ ਫਲ ਮੈਂ ਦੇ ਦਿੰਨਾ। 68 ਤੀਰਥਾਂ ਦਾ ਅਸੀਂ ਅੰਮ੍ਰਿਤਸਰ ਜਾ ਕੇ ਕਹਿ ਦਿੰਨੇ ਆ, ਮੈਂ ਤਾਂ ਯਾਤਰਾ ਕਰੇ ਆਇਆ। ਸਾਧ ਸੰਗ ਨਾਲੇ ਇੰਜੋਏ ਕਰਨ ਜਾਂਦੇ ਆ, ਵਸਤੂਆਂ ਖਰੀਦਣ ਜਾਂਦੇ ਆ, ਰਿਸ਼ਤੇਦਾਰਾਂ ਨੂੰ ਮਿਲੇ ਆਉਂਦੇ ਆ, ਨਾਲੇ ਵਿੱਚ ਯਾਤਰਾ ਕਰੇ ਆਉਂਦੇ ਆ। ਅਸੀਂ ਹੇਮਕੁੰਡ ਸਾਹਿਬ ਜਾਂਦੇ ਆ, ਜਾ ਕੇ ਜਾਂਦੇ ਆ ਉੱਥੇ ਠੰਡ ਲੈਣ ਵਾਸਤੇ, ਸ਼ਾਂਤੀ ਲੈਣ ਵਾਸਤੇ। 0 ਡਿਗਰੀ ਟੈਂਪਰੇਚਰ ਆਉਣ ਸਾਰ ਫਿਰ ਭਾਂਬੜ ਮੱਚਣੇ ਸ਼ੁਰੂ ਹੋ ਜਾਂਦੇ ਨੇ। ਦੇ ਗਾਲਾਂ ਤੇ ਗਾਲਾਂ, ਦੇ ਸ਼ਰਾਬਾਂ ਤੇ ਸ਼ਰਾਬਾਂ। ਕੋਈ ਸਾਡੇ ਚੱਜ ਨੇ ਸਾਧ ਸੰਗਤ ਜੀ ਯਾਤਰਾ ਕਰਨ ਵਾਲੇ? ਅਸੀਂ ਹਜ਼ੂਰ ਸਾਹਿਬ ਜਾਂਦੇ ਲੋਕ ਦੇਖੇ, ਆਉਣ ਲੱਗੇ ਭੁੱਕੀ ਦੀਆਂ ਬੋਰੀਆਂ ਚੱਕ ਲਿਆਉਂਦੇ ਨੇ। ਦੱਸੋ ਇਹ ਯਾਤਰਾ ਹੁੰਦੀ ਹੈ? ਸਾਧ ਸੰਗਤ ਜੀ ਜਿਹਨੂੰ ਮਿਲਣ ਵਾਸਤੇ ਗਏ ਆ, ਕੇਵਲ ਉਹਨੂੰ ਮਿਲਣਾ, ਉਹਦਾ ਦੀਦਾਰ ਕਰਨਾ, ਰੋ ਰੋ ਕੇ ਉਹਦੇ ਚਰਨਾਂ 'ਚ ਬੇਨਤੀਆਂ ਕਰਨੀਆਂ, ਰੱਜ ਰੱਜ ਦੀਦਾਰ ਕਰਨੇ, ਫਿਰ ਵਾਪਸ ਆਉਣਾ। ਇਹ ਪ੍ਰੇਮ ਹੁੰਦਾ ਹੈ। ਗੁਰੂ ਗੋਬਿੰਦ ਸਿੰਘ ਕੀ ਕਹਿੰਦੇ ਨੇ? ਕਹਾਂ ਪਇਓ ਜੋ ਦੋ ਲੋਚਨ ਮੂੰਦ ਕੈ, बैठ रहे हो बक ध्यान लगायो, नहात फिरो लिए सात समुंदरन, लोक गयो परलोक गवायो, बास कियो बिख्यान सो बैठ के, ऐसे ही ऐसे सो बैस बतायो, साच कहूँ सुन लेहो सब, जिन प्रेम कियो तिन ही प्राप्त पायो। इत्थे सतगुरु सानू ज्ञान कराउंदे है, चरण कमल शरणं रमणं गोपाल कीर्तन है। ऐ प्यारिओ, साध संगत विच आओ, इतों रूल एंड रेगूलेशन ज सिखो। संगत किमें करनी, नितनेम किमें करना, सतपुरुषां दे प्रवचन किमें सुनने ते मनने। महिमा साधु संग की सुनहो मेरे मीता। साधुआं दी संगत करके हुंदा की है? मैल खोई कोट अग हरे, निर्मल भय चीता, सिंह बिलाई होए गए तृण मेर दखीता। साध संगत सानू रूल एंड रेगूलेशन जो दसे गए हैं, बाणी उचरै साध जन अम्यो चलै झरने। जिथे किते रब दा प्यारा प्रवचन सुणाउंदा होवे, इउं लगदा कि जिवें झरने दे विचों ना ताज़ा पानी वगदा है, असीं कोल खड़ के आनंद लैने आ। इवें किवें प्रवचन नूं कल्ले कल्ले नूं हिरदे च बसाउणा, भाव कहण तो कि रूल एंड रेगूलेशनस फॉलो करने। चरण कमल शरणं रमणं गोपाल कीर्तन है। सच्चे पातशाह दी कीर्तन का मतलब ये नहीं कि जे असी हारमोनीयम रखे, तंती साज रखे ने, ढोलकी बाजा चिमटा रखे ने, तां ही कीर्तन हो सकता। नहीं, जे तुसी दो जाने बैठे वाहिगुरु दीयां गल्लां कर रहे हो तां परमेश्वर दी महिमा है। जे 5 जाने बैठे वाहिगुरु दी महिमा कर रहे हो, भाई गुरदास साहब कहंदे एक सिख दोए साध संग पंजी परमेश्वर। जे एक सिख बैठा गुरबाणी पढ़दा वो सिख है। जे 2 जाने बैठे, एक कुछ सुणाउंदा दूजा सुनदा, फिर दूजा सुणाउंदा पहला सुनदा, तो वो साध संगत है। जे 5 हो गए
ਤਾਂ ਸਮਝੋ ਕਿ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰਗਹਿ ਮਾਨ। ਸਾਧ ਸੰਗਤ ਉੱਤੇ ਪਰਮੇਸ਼ਰ ਆਪ ਹਾਜ਼ਰ ਨਾਜ਼ਰ ਹੋ ਜਾਂਦਾ ਹੈ। ਇਸ ਕਰਕੇ ਰੂਲ ਐਂਡ ਰੈਗੂਲੇਸ਼ਨਸ ਦਿੱਤੇ ਗਏ ਨੇ, ਮਰਿਆਦਾ ਦਿੱਤੀ ਗਈ ਹੈ ਕਿ ਤੁਸੀਂ ਜਦੋਂ ਵੀ ਸੰਗਤ ਵਿੱਚ ਆਉਣਾ ਚੰਗੇ ਗੁਣ ਧਾਰਨ ਕਰਨੇ, ਔਗਣਾਂ ਦਾ ਪਰਿਤਿਆਗ ਕਰਕੇ ਜਾਣਾ। ਰਮਣੰ ਗੋਪਾਲ ਉਸ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਨਾਲ ਜੁੜਨਾ। ਰਮਣੰ ਦਾ ਮਤਲਬ ਹੁੰਦਾ ਉਹਨੂੰ ਜਪਣਾ, ਉਹਨੂੰ ਉਚਾਰਨਾ, ਉਹਦੇ ਗੁਣ ਗਾਇਨ ਕਰਨੇ। ਕੀਰਤਨੇ ਦਾ ਮਤਲਬ ਉਹਦਾ ਜਸ ਕੀਰਤੀ ਮਹਿਮਾ ਵਡਿਆਈ ਕਰਦੇ ਹੀ ਰਹਿਣਾ ਚਾਹੀਦਾ ਹੈ। ਸਾਧ ਸੰਗੇਣ ਤਰਣੰ ਨਾਨਕ ਮਹਾਸਾਗਰ ਪੈ ਦੁਤਰੈ। ਸੰਸਾਰ ਦੇ ਉੱਤੇ ਕੇਵਲ ਇੱਕੋ ਇੱਕ ਰਸਤਾ, ਤਰੀਕਾ, ਮੈਥਡ, ਥਿਊਰੀ ਹੈ ਜਿਹਦੇ ਨਾਲ ਭਵ ਸਾਗਰ ਤੋਂ ਤਰਿਆ ਜਾ ਸਕਦਾ ਹੈ। ਇੱਕੋ ਇੱਕ ਮੈਥਡ, ਤਰੀਕਾ, ਥਿਊਰੀ ਕਿਹੜੀ ਹੈ? ਸਾਧ ਸੰਗੇਣ ਤਰਣੰ। ਹੁਣ ਜੇ ਇੱਥੇ ਸਾਧ ਦੇ ਅਰਥ ਕਰਨ ਲੱਗੀਏ, ਸੁਣਨ ਵਾਲਾ ਇਹ ਕਹੇਗਾ ਕਿ ਸਾਧੂਆਂ ਦੀ ਮਹਿਮਾ ਕਿਉਂ? ਸਾਧ ਸੰਗਤ ਉਹ ਸਾਧੂ ਤੁਹਾਡੇ ਘਰ ਦੇ ਵਿੱਚ ਵੀ ਹੋ ਸਕਦਾ ਹੈ, ਤੁਹਾਡਾ ਮਾਤਾ ਪਿਤਾ ਹੋ ਸਕਦਾ ਹੈ, ਤੁਹਾਡਾ ਬੇਟਾ ਬੇਟੀ ਹੋ ਸਕਦਾ ਹੈ, ਤੁਹਾਡਾ ਰਿਸ਼ਤੇਦਾਰ ਹੋ ਸਕਦਾ ਹੈ, ਕਿਸੇ ਅਸਥਾਨ 'ਤੇ ਰਹਿਣ ਵਾਲਾ ਵੀ ਹੋ ਸਕਦਾ। ਇਹ ਕਿਤੇ ਕੰਡੀਸ਼ਨ ਨਹੀਂ ਹੈ ਵੀ ਜੇ ਤੁਸੀਂ ਗ੍ਰਸਤੀ ਹੋ ਤਾਂ ਤੁਸੀਂ ਸਾਧੂ ਨਹੀਂ ਹੈਗੇ, ਜੇ ਤੁਸੀਂ ਅਸਥਾਨ 'ਤੇ ਰਹਿੰਦੇ ਹੋ ਤਾਂ ਹੀ ਸਾਧੂ ਹੋ। ਜੇ ਗੁਰੂਆਂ ਦਾ ਇਤਿਹਾਸ ਪੜ੍ਹੋ ਨਾ, ਸਾਰੇ ਗੁਰੂਆਂ ਨੇ ਕੋਈ ਡੇਰਾ ਨਹੀਂ ਬਣਾਇਆ, ਕੋਈ ਗੁਰਦੁਆਰਾ ਸਾਹਿਬ ਨਹੀਂ ਬਣਾਇਆ, ਸਭ ਆਪੋ ਆਪਣੇ ਘਰਾਂ 'ਚ ਰਹਿੰਦੇ ਸਨ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਸਰੀਰ ਓਹਲੇ ਕਰ ਗਏ, ਆਤਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਵਿੱਚ ਰੱਖ ਗਏ, ਤਾਂ ਅਸੀਂ ਢਾਹ ਕੇ ਉਹ ਆਲੇ ਦੁਆਲੇ ਦੇ ਘਰ ਮੁੱਲ ਖਰੀਦ ਕੇ ਉਹਨਾਂ ਨੂੰ ਢਾਹ ਕੇ ਉੱਥੇ ਬੜੇ ਚਿੱਟਾ ਪੱਥਰ ਲਾ ਕੇ ਅਸੀਂ ਅਸਥਾਨ ਬਣਾਤੇ। ਉਹ ਤਾਂ ਅਸੀਂ ਬਣਾਏ ਨਹੀਂ ਨਾ ਬਾਅਦ ਵਿੱਚ ਵੀ ਸਤਿਗੁਰੂ ਇਸ ਗੁਰਦੁਆਰੇ 'ਚ ਰਹਿੰਦੇ ਸੀ। ਸਾਡੇ ਜਵਾਕਾਂ ਨੂੰ ਲੱਗਦਾ ਇੰਨੇ ਸੋਹਣੇ ਗੁਰਦੁਆਰੇ 'ਚ ਰਹਿੰਦੇ ਸੀ। ਨਹੀਂ, ਸਾਧ ਸੰਗਤ ਗੁਰੂ ਨਾਨਕ ਦੇਵ ਜਦੋਂ ਪ੍ਰਚਾਰ ਕਰਨ ਜਾਂਦੇ ਸੀ, ਕੋਈ ਆਖੈ ਭੂਤਨਾ ਕੋ ਕਹਿ ਬੇਤਾਲਾ, ਕੋਈ ਆਖੈ ਆਦਮੀ ਨਾਨਕ ਵਿਚਾਰਾ। ਹੁਣ ਸਾਰੇ ਕਹਿੰਦੇ ਨੇ ਨਾ, ਹਿੰਦੂ ਕਹਿੰਦੇ ਸਾਡਾ ਗੁਰੂ, ਮੁਸਲਮਾਨ ਕਹਿੰਦੇ ਸਾਡਾ ਪੀਰ, ਕੋਈ ਕਹਿੰਦਾ ਮੱਕੇ 'ਚ ਖੜਾਮ ਪਈ ਹੈ, ਕੋਈ ਕਹਿੰਦਾ ਸਾਡੇ ਦੇਖੋ ਜੀ ਉਹਨਾਂ ਦਾ। ਅਸੀਂ ਕਹਿੰਦੇ ਆ ਕਢਾਣੀ ਸਾਹਿਬ ਸਾਡੇ ਸਤਿਗੁਰਾਂ ਦਾ ਚੋਲਾ ਸਾਹਿਬ ਪਿਆ 6ਵੇਂ ਪਾਤਸ਼ਾਹ ਦਾ। ਹੁਣ ਅਸੀਂ ਕਹਿੰਦੇ ਆ, ਪਰ ਜਦੋਂ ਸਤਿਗੁਰੂ ਸਰੀਰ ਕਰਕੇ ਸੀ ਮੱਕੇ ਗਏ, ਲੋਕ ਇੱਟਾਂ ਮਾਰਦੇ ਸੀ, ਸਤਿਗੁਰਾਂ ਦੇ ਇੱਟਾਂ ਬੱਟੇ ਮਾਰਦੇ ਸੀ। ਕਹਿਣ ਤੋਂ ਭਾਵ ਜਦੋਂ ਬੰਦਾ ਆਪ ਸਰੀਰ ਕਰਕੇ ਹੁੰਦਾ ਕੋਈ ਨਹੀਂ ਮੰਨਦਾ ਹੁੰਦਾ, ਬਾਅਦ ਵਿੱਚ ਉਹਦੀ ਕਰਨੀ ਨੂੰ ਯਾਦ ਕਰਕੇ ਰੋਂਦੇ ਆ। ਇੰਨੀਆਂ ਸ਼ਕਤੀਆਂ ਸੀ, ਇੰਨੀਆਂ ਪਾਵਰਸ, ਕਿਉਂ ਨਹੀਂ ਮੇਰੇ ਤੋਂ ਉਹਨਾਂ ਤੋਂ ਸ਼ਕਤੀਆਂ ਲਈਆਂ ਗਈਆਂ, ਕਿਉਂ ਸਮੇਂ ਤੋਂ ਪਹਿਲਾਂ ਹੀ ਚਲੇ ਗਏ? ਉਹ ਤਾਂ ਜੁਗਤੀਆਂ ਦਿੰਦੇ ਹੁੰਦੇ ਨੇ। ਇੱਕ ਇਹ ਵੱਡੀ ਮਰਿਆਦਾ ਹੈ। ਜਦੋਂ ਵੀ ਸਤਿਗੁਰੂ ਸਰੀਰ ਓਹਲੇ ਕਰਨ ਲੱਗੇ ਨੇ ਨਾ, ਆਪ ਦੇ ਸਰੀਰ ਦੇ ਹੁੰਦੇ ਹੋਏ ਪਹਿਲਾਂ ਹੀ ਦੂਜੇ ਨੂੰ ਬਾਂਹ ਪਕੜਾ ਕੇ ਗਏ ਨੇ। ਰਮਜ਼ਾਂ ਮਾਰਦੇ ਹੁੰਦੇ ਨੇ ਸਾਧੂ ਗੁਰੂ ਲੋਕ, ਪਹਿਲਾਂ ਰਮਜ਼ ਮਾਰਦੇ ਨੇ। ਅਸੀਂ ਤਾਂ ਮੂਰਖਾਂ ਸਮਝੀਏ ਨਾ ਸਮਝੀਏ, ਉਹ ਸਮੇਂ ਤੋਂ ਪਹਿਲਾਂ ਦੱਸ ਦਿੰਦੇ ਨੇ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਦੇਖੋ ਸਾਰਿਆਂ ਨੂੰ ਪਰਖਿਆ। ਉਹ ਦਿਨ ਸੀ ਜਦੋਂ ਪਹਿਲਾਂ ਕਹਿੰਦੇ ਅੱਜ ਤੋਂ ਕਣਕ ਨਹੀਂ ਬੀਜਿਆ ਕਰਨੀ ਭਾਈ, ਕਹਿੰਦੇ ਠੀਕ ਹੈ ਮਹਾਰਾਜ, ਕਹਿੰਦੇ ਜਿਹੜੀ ਘਰੇ ਪਈ ਹੈ ਵੰਡ ਦਿਓ, ਉਹ ਵੰਡ ਦਿੱਤੀ। ਕਰਤਾਰਪੁਰ ਦੀ ਗੱਲ ਹੈ, ਗੁਰਪ੍ਰਤਾਪ ਸੂਰਜ ਗ੍ਰੰਥ ਜਿਹਨੂੰ ਆਪਾਂ ਸੂਰਜ ਪ੍ਰਕਾਸ਼ ਕਹਿੰਦੇ ਆ, ਚੂੜਾਮਣੀ ਕ੍ਰਿਤ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਸਿੱਖ ਕਹਿਣ ਲੱਗੇ ਜਿਹੜੇ ਗੁਰੂ ਨਾਨਕ ਦੇ ਸੇਵਾਦਾਰ ਸੀ, ਕਹਿੰਦੇ ਇਉਂ ਲੱਗਦਾ ਕਿ ਸੱਚੇ ਪਾਤਸ਼ਾਹ ਤੋਂ ਖੇਤੀ ਹੁੰਦੀ ਨਹੀਂ, ਆਪਾਂ ਕਰਵਾਉਂਦੇ ਹਾਂ ਰਲ ਕੇ। ਹੁਣ ਉਹਨਾਂ ਨੇ ਪੇਪਰ ਪਾਇਆ ਸੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਹੁਣ ਜਦੋਂ ਜਿੱਥੇ ਤਾਂ ਦਿਨ 'ਚ 3 ਵਾਰੀ ਲੰਗਰ ਚੱਲਦਾ, ਸਤਿਗੁਰਾਂ ਨੇ ਬੰਦ ਕਰਤਾ। ਕਹਿੰਦੇ 3 ਟਾਈਮ ਨਹੀਂ ਚੱਲਣਾ, ਇੱਕੋ ਟਾਈਮ ਚੱਲੂਗਾ। ਥੋੜਾ ਸਮਾਂ ਲੰਘ ਗਿਆ, 10-15 ਦਿਨ, ਕਹਿੰਦੇ ਹਫ਼ਤੇ 'ਚ 1 ਦਿਨ ਰੋਟੀ ਮਿਲਿਆ ਕਰੋ, ਜਿਹਨੇ ਆਉਣਾ ਆਓ, ਜਿਹਨੇ ਜਾਣਾ ਜਾਓ। ਹੁਣ ਜਿਹੜੇ ਰੋਟੀ ਰਾਟੀ ਖਾਣ ਵਾਲੇ ਸੀ, ਇਕੱਲੇ ਭੋਜਨ ਛਕਣ ਵਾਲੇ, ਭਗਤੀ ਨਹੀਂ ਸੀ ਕਰਦੇ। ਕਹਿੰਦੇ ਇਉਂ ਲੱਗਦਾ ਜਿਵੇਂ ਬਾਬਾ ਬੁੱਢਾ ਹੋ ਕੇ ਬਚਾਉਣ ਲੱਗ ਗਿਆ। ਬਾਬਾ ਆਪਦੀ ਇੰਨੀ ਜ਼ਿਆਦਾ ਜਿਹੜੀ ਸਾਰਾ ਦਿਨ ਲੰਗਰ ਲਾ ਕੇ ਰੱਖਦਾ ਸੀ, ਹੁਣ ਕਮਾਈ ਸਾਂਭ ਕੇ ਰੱਖਣ ਲੱਗ ਗਿਆ। ਚਲੇ ਗਏ ਸਾਰੇ ਛੱਡ ਕੇ। ਇੱਕ ਟਾਈਮ ਆ ਗਿਆ, ਮਹਾਰਾਜ ਕਹਿੰਦੇ 6 ਮਹੀਨੇ 'ਚ 1 ਵਾਰੀ ਭੋਜਨ ਮਿਲੂਗਾ, ਜੇ ਆਉਣਾ ਆ ਜਾਓ, ਨਹੀਂ ਆਉਣਾ ਨਾ ਆਓ। ਪੇਪਰ ਪਾਇਆ ਸੀ। ਸਾਧ ਸੰਗਤ ਜੀ ਸਿੱਖ ਕਹਿੰਦੇ ਆਪਾਂ ਕਣਕ ਬੀਜ ਲੈਂਦੇ ਹਾਂ, ਖੇਤੀ ਕਰ ਲੈਂਦੇ ਹਾਂ,
ਆਪਾਂ ਸਤਿਗੁਰਾਂ ਨੂੰ ਖੁਸ਼ ਕਰ ਲਵਾਂਗੇ। ਉਹਨਾਂ ਨੇ ਖੇਤੀ ਕੀਤੀ ਸਾਧ ਸੰਗਤ, ਖੇਤੀ ਕਰਕੇ ਆਪ ਗੁਡਾਈ ਕਰਕੇ ਸਿੰਚਾਈ ਕਰਕੇ ਮਿਹਨਤ ਕਰਕੇ ਜਦੋਂ ਕਣਕ ਨਿਕਲੇ ਵੱਡੇ ਵੱਡੇ, ਉਦੋਂ ਖਲਵਾੜੇ ਹੁੰਦੇ ਸੀ। ਗੁਰਬਾਣੀ 'ਚ ਇਹ ਸ਼ਬਦ ਆਉਂਦਾ ਖਲਵਾੜੇ, ਬੜੇ ਬੜੇ ਢੇਰ ਲਾ ਲਏ ਕਣਕ ਵੱਢ ਕੇ। ਕਹਿੰਦੇ ਸੱਚਾ ਪਾਤਸ਼ਾਹ ਹੁਣ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ। ਗੁਰੂ ਨਾਨਕ ਨੂੰ ਕਹਿੰਦੇ ਨੇ ਚੇਲੇ ਚਾਟੜੇ ਸਿੱਖ ਸੇਵਾਦਾਰ, ਹੁਣ ਜੀ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ, ਹੁਣ ਨਹੀਂ ਆਪਣੀ ਕਣਕ ਮੁੱਕਦੀ, ਆ ਜਾਓ ਤੁਹਾਨੂੰ ਦਿਖਾਈਏ ਢੇਰ ਲੱਗੇ ਕਣਕ ਦੇ। ਸੱਚੇ ਪਾਤਸ਼ਾਹ ਨੇ ਦਿਖਾ ਮਾਚਿਸ ਲੱਗੇ ਨਾਲ, ਜਦੋਂ ਉੱਥੇ ਜਾ ਕੇ ਦਿਖਾਏ ਆਹ ਢੇਰ ਵੀ ਆਪਣਾ, ਆਹ ਢੇਰ ਵੀ, ਆਹ ਖਲਵਾੜਾ ਆਪਣਾ। ਸੱਚੇ ਪਾਤਸ਼ਾਹ ਨੇ ਕੱਲੇ ਕੱਲੇ ਨੂੰ ਅੱਗ ਲਾਤੀ, ਸਾਰੇ ਹੀ ਸਾੜ ਦਿੱਤੇ। ਕਹਿੰਦੇ ਜਿਹੜੇ ਕਹਿੰਦੇ ਸੀ ਨਾ ਵੀ ਬਾਬਾ ਤੈਨੂੰ ਫਿਕਰ ਕਰਨ ਦੀ ਲੋੜ ਨਹੀਂ, ਬਹੁਤ ਕਣਕ ਪੈਦਾ ਕਰ ਲਈ, ਉਹ ਕਹਿੰਦੇ ਬਾਬਾ ਕਮਲਾ ਹੋ ਗਿਆ, ਛੱਡੋ ਬਾਬੇ ਨੂੰ, ਛੱਡੋ ਬਾਬੇ ਨੂੰ, ਆਪਾਂ ਚੱਲੀਏ ਆਪੋ ਆਪਣੇ ਘਰਾਂ ਨੂੰ। ਮਤਲਬ ਜਦੋਂ ਪੇਪਰ ਪਾਉਂਦੇ ਨੇ ਜਾਂ ਰਮਜ਼ ਮਾਰਦੇ ਨੇ, ਕੋਈ ਸਮਝ ਸਕਦਾ ਹੁੰਦਾ। ਫਿਰ ਜਿਹੜਾ ਭੇਸ਼ ਬਣਾਇਆ ਉਹਨਾਂ ਨੇ, ਰਾਗ ਸ੍ਰੀ ਰਾਗ ਦੇ ਵਿੱਚ ਲਿਖਣਾ ਕੀਤਾ, ਏਕ ਸਵਾਨ ਦੋਏ ਸਵਾਨੀ ਨਾਲ, ਭਲਕੇ ਭੌਕੇ ਸਦਾ ਬਿਆਲ, ਕੂੜ ਛੁਰਾ ਮੁੱਠਾ ਮੁਰਦਾਰ, ਧਾਨਕ ਰੂਪ ਰਹਾ ਕਰਤਾਰ। ਸੱਚੇ ਪਾਤਸ਼ਾਹ ਨੇ ਮੈਲੇ ਜੇ ਕੱਪੜੇ ਪਾ ਲਏ, ਸਿਰ ਤੇ ਮੜਾਸਾ ਬੰਨ੍ਹ ਲਿਆ, ਲੱਕ ਦੇ ਨਾਲ ਲੰਮੀਆਂ ਲੰਮੀਆਂ ਰੱਸੀਆਂ ਪਾ ਕੇ 2 ਕੂਕਰ ਕੁੱਤੇ ਬੰਨ੍ਹ ਲਏ, ਹੱਥ ਵਿੱਚ ਸੋਟੀ ਲੈ ਲਈ, ਜੰਗਲ ਨੂੰ ਚੱਲ ਪਏ। ਜਦੋਂ ਲੋਕ ਜਾਂਦੇ ਨੇ ਮਗਰ ਸੱਚੇ ਪਾਤਸ਼ਾਹ ਪੈਸਿਆਂ ਦੀ ਵਰਖਾ ਕਰਦੇ, ਲੋਕ ਚੱਕ ਕੇ ਮੁੜ ਆਏ। ਕਹਿੰਦੇ ਐਸ ਕੰਮ ਨੂੰ ਸਤਿਗੁਰਾਂ ਨੇ ਐਸਾ ਰੂਪ ਬਣਾਇਆ। ਜਿਹੜੇ ਥੋੜੇ ਜਿਹੇ ਰਹਿ ਗਏ, ਸੋਨੇ ਦੀ ਵਰਖਾ ਕਰਤੀ, ਉਹ ਵੀ ਚੱਕ ਕੇ ਮੁੜ ਆਏ। ਕਹਿੰਦੇ ਇਸੇ ਕੰਮ ਨੂੰ ਰੂਪ ਬਣਾਇਆ। ਅੱਗੇ ਗਏ ਹੀਰੇ ਮੋਤੀਆਂ ਦੀ ਵਰਖਾ ਕਰਤੀ, ਸਾਰੇ ਮੁੜ ਆਏ ਵਾਪਸ। ਅੱਗੇ ਜੰਗਲ ਆ ਗਿਆ, 3-4 ਪ੍ਰੇਮੀ ਰਹਿ ਗਏ ਸਤਿਗੁਰਾਂ ਦੇ ਨੇੜੇ। ਹੁਣ ਜਿਹੜਾ ਵੀ ਕੋਈ ਨੇੜੇ ਆਉਂਦਾ, ਸਤਿਗੁਰਾਂ ਦੇ ਹੱਥ 'ਚ ਸਲੋਤਰ ਪਕੜਿਆ ਸੀ, ਸਤਿਗੁਰੂ ਢੂਹੀ ਦੇ ਵਿੱਚੋਂ ਡੰਡਾ ਮਾਰਦੇ, ਅਗਲਾ ਨੇੜੇ ਨਹੀਂ ਲੱਗਦਾ। ਹੁਣ ਜਦੋਂ ਸਤਿਗੁਰਾਂ ਦੇ ਕੋਲ ਭਾਈ ਲਹਿਣਾ ਪਹੁੰਚਿਆ, ਨਮਸਕਾਰ ਕਰਨ ਲੱਗਿਆ, ਸੱਚੇ ਪਾਤਸ਼ਾਹ ਨੇ ਉਹਦੀ ਬੈਕ ਤੇ ਮਾਰਿਆ ਬਹੁਤ ਜ਼ੋਰ ਦੀ ਡੰਡਾ। ਕਹਿੰਦੇ ਤੂੰ ਕਿਉਂ ਆਇਆ ਮੇਰੇ ਕੋਲ, ਇੱਥੇ ਕੀ ਕਰਨ ਵਾਸਤੇ ਆਇਆ? ਸਾਰੇ ਚਲੇ ਗਏ, ਮੈਨੂੰ ਛੱਡ ਕੇ ਤੂੰ ਵੀ ਚਲਿਆ ਜਾ। ਹੱਥ ਜੋੜ ਕੇ ਕਹਿੰਦਾ ਕਿਸੇ ਹੀ ਕੋਈ ਕੋਏ ਮੰਝ ਨੀ ਮਾਣੀ ਹਿੱਕ ਤੋਂ, ਕਿਉਂ ਨਾ ਮਰੀਜਾ ਰੋਏ ਜਬ ਲਗ ਚਿਤ ਨਾ ਆਵੇ। ਪ੍ਰੀਤਮਾ ਕਿਸੇ ਦੀ ਪਤਨੀ ਸੀ ਘਰੇ, ਕਿਸੇ ਦਾ ਪਤੀ ਸੀ, ਪਤਨੀ ਪਤੀ ਕੋਲ ਚਲੀ ਗਈ, ਪਤੀ ਪਤਨੀ ਕੋਲ ਚਲਿਆ ਗਿਆ। ਕਿਸੇ ਦੀ ਘਰੇ ਮਾਂ ਸੀ ਪਿਓ ਸੀ, ਕਿਸੇ ਦੀ ਭੈਣ ਸੀ ਭਰਾ ਸੀ, ਉਹ ਆਪਣੇ ਰਿਸ਼ਤੇਦਾਰਾਂ ਕੋਲ ਚਲੇ ਗਏ। ਮੇਰਾ ਤਾਂ ਹੈ ਹੀ ਕੋਈ ਨਹੀਂ, ਮੇਰੇ ਤਾਂ ਤੁਸੀਂ ਹੀ ਹੋ, ਤੈਨੂੰ ਛੱਡ ਕੇ ਮੈਂ ਕਿੱਥੇ ਜਾ ਸਕਦਾ ਮਾਲਕਾ। ਸੱਚੇ ਪਾਤਸ਼ਾਹ ਕਹਿੰਦੇ ਫਿਰ ਮੇਰਾ ਬਚਨ ਮੰਨੇਗਾ? ਭਾਈ ਲੈਣਾ ਕਹਿੰਦਾ ਹਾਂ ਮਹਾਰਾਜ। ਕਹਿੰਦੇ ਆ ਤੈਨੂੰ ਪਤਾ ਕੀ ਪਿਆ ਮੇਰੇ ਸਾਹਮਣੇ? ਕਹਿੰਦਾ ਹਾਂ ਮਹਾਰਾਜ, ਇਹ 'ਚ ਮੁਰਦਾ ਪਿਆ ਹੈ। ਕਹਿੰਦੇ ਖਾ ਲਾ, ਚੱਕ ਦੇ ਉੱਤੋਂ ਚਾਦਰ, ਖਾ ਲਾ ਇਹਨੂੰ। ਜਦੋਂ ਸਾਧ ਸੰਗਤ ਜੀ ਹਜੇ ਕਸ਼ਮਕਸ਼ ਦੇ ਵਿੱਚ ਖੜੇ ਨੇ, ਕਹਿੰਦੇ ਚੱਕਦਾ ਕਿਉਂ ਨਹੀਂ? ਕਹਿੰਦੇ ਤੁਸੀਂ ਹੁਕਮ ਨਹੀਂ ਕੀਤਾ ਕਿੱਧਰਲੇ ਪਾਸਿਓ ਖਾਵਾਂ। ਕਹਿੰਦੇ ਚਾਦਰ ਤਾਂ ਚੱਕ। ਐਂ ਜਦੋਂ ਚਾਦਰ ਚੱਕੀ, 2 ਵਿਦਵਾਨ ਨੇ, ਇੱਕ ਕਹਿੰਦੇ ਨੇ ਉੱਤੋਂ ਕੜਾਹ ਪ੍ਰਸ਼ਾਦ ਦੀ ਦੇਗ ਨਿਕਲ ਆਈ, ਇੱਕ ਵਿਦਵਾਨ ਕਹਿੰਦਾ ਉੱਥੇ ਫੁੱਲਾਂ ਦਾ ਹਾਰ ਪਿਆ ਸੀ। ਐਂ ਚੁੱਕ ਦਿੱਤੀ ਥੱਲੇ ਕੜਾਹ ਪ੍ਰਸ਼ਾਦ ਦੀ ਦੇਗ। ਸੱਚੇ ਪਾਤਸ਼ਾਹ ਨੇ ਘੁੱਟ ਕੇ ਬੁੱਕਲ ਵਿੱਚ ਲੈ ਲਿਆ, ਆਪ ਦੀਆਂ ਸਾਰੀਆਂ ਸ਼ਕਤੀਆਂ ਉਹਨਾਂ ਦੇ ਵਿੱਚ ਕਨਵਰਟ ਕਰ ਦਿੱਤੀਆਂ, ਉਹਨਾਂ ਦੇ ਵਿੱਚ ਟਰਾਂਸਫਰ ਕਰ ਦਿੱਤੀਆਂ, ਉਹਨਾਂ ਦੇ ਵਿੱਚ ਪਾ ਦਿੱਤੀਆਂ। ਕਹਿੰਦੇ ਲੈਣਿਆ, ਇੱਕ ਦਿਨ ਤੂੰ ਘੋੜੇ ਤੇ ਚੜ੍ਹ ਕੇ ਸਾਡੇ ਕੋਲ ਆਇਆ ਸੀ, ਅਸੀਂ ਉਦਣੇ ਬਚਨ ਕਰ ਦਿੱਤਾ ਸੀ ਤੂੰ ਲੈਣ ਵਾਸਤੇ ਆਇਆ, ਅਸੀਂ ਤੈਨੂੰ ਦੇਣਾ ਹੈ। ਅੱਜ ਸਾਰੀਆਂ ਦਾਤਾਂ ਅਸੀਂ ਤੇਰੇ ਵਿੱਚ ਪਾਤੀਆਂ, ਤੂੰ ਨਾਨਕ ਬਣ ਗਿਆ, ਤੂੰ ਦੂਜਾ ਨਾਨਕ ਹੈ। ਅੱਜ ਤੋਂ ਤੂੰ ਲੈਣਾ ਨਹੀਂ, ਜੋ ਲੈਣਾ ਸੀ ਸਭ ਕੁਛ ਹੀ ਲੈ ਲਿਆ। ਅੱਜ ਤੋਂ ਤੇਰਾ ਨਾਮ ਹੈ ਸ਼੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੂਸਰੀ ਪਾਤਸ਼ਾਹੀ। ਅੱਜ ਤੂੰ ਮੇਰਾ ਰੂਪ ਬਣ ਗਿਆ। ਸਾਧ ਸੰਗਤ, ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਾਂ ਨੂੰ ਇਹ ਗਿਆਨ ਕਰਵਾ ਰਹੇ ਹਨ, ਆਪਾਂ ਨੂੰ ਇਹ ਪ੍ਰਵਚਨ ਦੇ ਰਹੇ ਹਨ। ਜਿਹੜਾ ਵੀ ਗੁਰਮੁਖ ਪਿਆਰਾ ਗੁਰੂ ਤੇ ਪੂਰਨ ਵਿਸ਼ਵਾਸ ਕਰਦਾ ਹੈ, ਇੱਕ ਦਿਨ ਐਸਾ ਆ ਜਾਂਦਾ ਹੈ, ਗੁਰੂ ਉਸ ਨੂੰ ਆਪਣਾ ਰੂਪ ਬਣਾ ਲੈਂਦਾ ਹੈ। ਸਾਧ ਸੰਗੇਣ ਤਰਣੰ ਨਾਨਕ ਮਹਾਸਾਗਰ ਪੈਦ ਉਤਰੈ। ਜਾਣ ਤੋਂ ਪਹਿਲਾਂ ਚਾਹੇ ਗੁਰੂ ਮਹਾਰਾਜ ਨੇ, ਚਾਹੇ ਸਾਧੂ ਸੰਤ ਮਹਾਪੁਰਸ਼ ਨੇ, ਜਾਣ ਤੋਂ ਪਹਿਲਾਂ ਜਿਸ ਦੇ ਵਿੱਚ ਉਹਨਾਂ ਨੇ ਵਰਤਣਾ ਹੁੰਦਾ, ਉਹਦਾ ਹੱਥ ਤੁਹਾਡੇ ਹੱਥ 'ਚ,
ਤੁਹਾਡਾ ਹੱਥ ਉਹਦੇ ਹੱਥ 'ਚ ਫੜਾ ਕੇ ਜਾਂਦੇ ਨੇ। ਐਵੇਂ ਨਹੀਂ ਜਾਂਦੇ ਵੀ ਮੇਰੀ ਸੰਗਤ ਕਿਤੇ ਰੁਲਦੀ ਹੋ ਫਿਰੀ ਜਾਵੇ, ਮੇਰੇ ਪ੍ਰੇਮੀ ਕਿਤੇ ਧੱਕੇ ਹੀ ਖਾਂਦੇ ਫਿਰੀ ਜਾਣ, ਇਦਾਂ ਨਹੀਂ ਹੋਇਆ ਕਰਦਾ। ਇਸ ਕਰਕੇ ਸਾਧ ਸੰਗੇਣ ਤਰਣੰ, ਸੰਗਤ ਕਰਨੀ ਪਏਗੀ 100%। ਰੱਬ ਦੇ ਪਿਆਰਿਆਂ ਦੀ, ਸਾਧੂਆਂ ਦੀ, ਰੱਬ ਰੰਗੀਆਂ ਰੂਹਾਂ ਦੀ। ਨਾਨਕ ਮਹਾਸਾਗਰ ਪੈਦ ਉਤਰੈ, ਤਾਂ ਤੁਸੀਂ ਇਸ ਸੰਸਾਰ ਸਮੁੰਦਰ ਤੋਂ ਤਰ ਸਕੋਗੇ। ਜੇ ਸੰਗਤ ਨਹੀਂ ਕਰਦੇ ਫਿਰ ਤੁਸੀਂ ਇਹਦੇ ਤੋਂ ਕਦੇ ਤਰ ਨਹੀਂ ਸਕੋਗੇ। ਸਿਰ ਮਸਤਕ ਰੱਖਿਆ ਪਾਰ ਬ੍ਰਹਮੰ, ਹਸਤ ਕਾਇਆ ਰੱਖਿਆ ਪਰਮੇਸ਼ਵਰ ਹੈ। ਪਰਮ ਪ੍ਰਭੂ ਦੇ ਹੇ ਸੱਚੇ ਪਾਤਸ਼ਾਹ, ਤੇਰੇ ਚਰਨਾਂ 'ਚ ਬੇਨਤੀ ਹੈ, ਕਿਰਪਾ ਕਰਕੇ ਮੇਰਾ ਭਰਿਆ ਹੱਥ ਮੇਰੇ ਸਿਰ ਤੇ ਰੱਖ ਦਿਓ। ਸਿਰ ਮਸਤਕ ਰੱਖਿਆ ਪਾਰ ਬ੍ਰਹਮੰ, ਸਿਰ ਦਾ ਮਤਲਬ ਆਪਣਾ ਸੀਸ ਹੈ, ਸਿਰ ਤੇ ਮੱਥਾ। ਸਿਰ ਮਸਤਕ ਰੱਖਿਆ, ਮੇਰੀ ਰੱਖਿਆ ਕਰੋ ਭਗਵਾਨ। ਪਾਰ ਬ੍ਰਹਮੰ, ਹਸਤ ਕਾਇਆ ਰੱਖਿਆ ਪਰਮੇਸ਼ਵਰ ਹੈ। ਸਿਰ, ਮੱਥਾ, ਹੱਥ, ਸਰੀਰ, ਮੇਰੇ ਸਰੀਰ ਦੇ ਹਰ ਅੰਗ ਦੀ ਜ਼ਿੰਮੇਵਾਰੀ ਭਗਵਾਨ ਤੇਰੀ ਹੈ। ਇਹ ਨਾ ਹੋਵੇ ਮੇਰਾ ਕਸ਼ਟ ਕੱਟ ਦਿੱਤਾ, ਕੱਲ੍ਹ ਨੂੰ ਲੱਤ ਟੁੱਟ ਗਈ, ਮੇਰਾ ਕਸ਼ਟ ਕੱਟ ਦਿੱਤਾ ਮੇਰੀਆਂ ਬਾਹਾਂ ਟੁੱਟ ਗਈਆਂ, ਮੇਰਾ ਕਸ਼ਟ ਕੱਟ ਦਿੱਤਾ ਮੈਂ ਅੰਨਾ ਹੋ ਗਿਆ, ਮੇਰਾ ਕਸ਼ਟ ਕਰ ਦਿੱਤਾ ਮੈਂ ਬੁੜਾ ਹੋ ਗਿਆ। हे ਭਗਵਾਨ, ਪਿੰਗਲ ਪਰਵਤ ਪਾਰ ਪਰੇ ਖਲ ਚਤਰਬ ਕੀਤਾ, ਅੰਦਲੇ ਤਿਰ ਭਵਨ ਸੂਝਿਆ ਗੁਰ ਭੇਟ ਪੁਨੀਤਾ। ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾ। ਮੇਰੇ ਕੱਲੇ ਕੱਲੇ ਅੰਗ ਦੀ ਜ਼ਿੰਮੇਵਾਰੀ ਤੇਰੀ ਹੈ। ਜੇ ਮੈਨੂੰ ਅੱਖਾਂ ਦਵੇਂਗਾ ਤਾਂ ਤੇਰੇ ਦੀਦਾਰ ਹੋਣਗੇ, ਕੰਨ ਦਵੇਂਗਾ ਤਾਂ ਤੇਰੀ ਗੁਰਬਾਣੀ ਸੁਣ ਸਕੂੰਗਾ, ਹੱਥ ਦਵੇਂਗਾ ਤਾਂ ਤੇਰੀ ਸੰਗਤਾਂ ਦੇ ਝੂਠੇ ਭਾਂਡੇ ਮਾਂਜੂੰਗਾ, ਤਾਂ ਤੇਰੀਆਂ ਸੰਗਤਾਂ ਦੇ ਜੋੜੇ ਸਾਫ਼ ਕਰੂੰਗਾ, ਝਾੜੂ ਮਾਰੂੰਗਾ, ਤੱਪੜ ਝਾੜੂੰਗਾ। ਪੈਰ ਮੇਰੇ ਸਹੀ ਸਲਾਮਤ ਹੋਣਗੇ ਤਾਂ ਚੱਲ ਕੇ ਤੇਰੀ ਸੰਗਤ ਵਿੱਚ ਜਾਊਂਗਾ। ਜੇ ਮੇਰੀਆਂ ਲੱਤਾਂ ਹੀ ਟੁੱਟ ਗਈਆਂ ਤੇਰੇ ਕੋਲ ਕਿਵੇਂ ਆਊਂਗਾ? ਪੁੱਛੋ ਉਹਨਾਂ ਲੋਕਾਂ ਨੂੰ ਜਿਹਦੇ ਲੱਤਾਂ ਹੀ ਨਹੀਂ, ਕਦੇ ਰੱਬ ਨਾਲ ਲੜਦੇ ਨੇ, ਕਦੇ ਕਹਿੰਦੇ ਨੇ ਜੇ ਮੇਰੀਆਂ ਲੱਤਾਂ ਹੁੰਦੀਆਂ ਤੇਰੇ ਦਰ ਤੇ ਆਇਆ ਕਰਦਾ। ਪੁੱਛੋ ਉਹਨਾਂ ਨੂੰ ਜਿਹੜੇ ਅੰਨੇ ਨੇ, ਹੇ ਭਗਵਾਨ ਮੇਰੇ ਅੱਖਾਂ ਹੁੰਦੀਆਂ ਤੇਰੇ ਦਰਸ਼ਨ ਤਾਂ ਕਰ ਲਿਆ ਕਰਦਾ। ਭਾਈ ਕੈਂਠੇ ਵਰਗਿਆਂ ਨੂੰ ਪੁੱਛ ਕੇ ਤਾਂ ਦੇਖੋ। ਇਸ ਕਰਕੇ ਆਹ ਬੇਨਤੀ ਜ਼ਰੂਰ ਕਰਨੀ ਹੈ। ਟਕਸਾਲ ਵੱਲੋਂ ਜਿਹੜਾ ਰੱਖਿਆ ਦੇ ਸ਼ਬਦ 16 ਸਾਹਿਬ ਤੋਂ ਪਹਿਲਾਂ ਗੁਟਕਾ ਸਾਹਿਬ ਪੋਥੀ 'ਚ ਨਿਤਨੇਮ ਆਉਂਦਾ ਹੈ, ਉਹਦੇ 'ਚ ਰੱਖਿਆ ਦੇ ਸ਼ਬਦਾਂ ਦੇ ਵਿੱਚ ਸ਼ਬਦ ਆਉਂਦਾ ਹੈ, ਸਾਨੂੰ ਰੋਜ਼ ਸ਼ਾਮ ਨੂੰ ਪੜ੍ਹ ਲੈਣਾ ਚਾਹੀਦਾ। ਕੀ ਕਹਿਣਾ? ਸਿਰ ਮਸਤਕ ਰੱਖਿਆ ਪਾਰ ਬ੍ਰਹਮੰ, ਹਸਤ ਕਾਇਆ ਰੱਖਿਆ ਪਰਮੇਸ਼ਵਰ ਹੈ। ਆਤਮ ਰੱਖਿਆ ਗੋਪਾਲ ਸੁਆਮੀ, ਧਨ ਚਰਨ ਰੱਖਿਆ ਜਗਦੀਸ਼ਵਰ ਹੈ। ਮੇਰੀ ਜ਼ਿੰਦਗੀ ਦਾ ਮਾਲਕ ਤੂੰ ਹੈ, ਮੇਰੇ ਧਨ ਪਦਾਰਥ ਦਾ ਮਾਲਕ ਤੂੰ ਹੈ, ਕਿਉਂਕਿ ਮੈਂ ਤਾਂ ਮੰਗਤਾ ਤੇਰਾ। ਜਿਹੜੀਆਂ ਦਾਤਾਂ ਤੂੰ ਮੈਨੂੰ ਦੇਤੀਆਂ ਮੈਂ ਤਾਂ ਸੰਭਾਲ ਕੇ ਰੱਖੀਆਂ ਨੇ। ਜਦੋਂ ਹੁਕਮ ਕਰੇਗਾ ਮੈਂ ਵਰਤ ਲੂੰਗਾ, ਕਿਤੇ ਕਹੇਗਾ ਮੈਂ ਲੰਗਰ ਚਲਾ ਦੂੰਗਾ, ਕਿਤੇ ਕਹੇਗਾ ਕਿਸੇ ਗਰੀਬ ਦੀ ਕੁੜੀ ਦਾ ਵਿਆਹ ਕਰ ਦੂੰਗਾ, ਕਿਤੇ ਕਹੇਗਾ ਕਿਸੇ ਬੱਚੇ ਦੀ ਫੀਸ ਭਰ ਦੂੰਗਾ, ਕਿਤੇ ਕਹੇਗਾ ਪਾਠ ਕਰਾ ਦੂੰਗਾ। ਸੱਚੇ ਪਾਤਸ਼ਾਹ ਇਹ ਧਨ ਤੁਸੀਂ ਦਿੱਤਾ ਹੋਇਆ ਮੈਨੂੰ। ਇਸ ਕਰਕੇ ਆਤਮ ਰੱਖਿਆ ਗੋਪਾਲ ਸੁਆਮੀ, हे ਭਗਵਾਨ ਕਿਰਪਾ ਕਰ ਦਿਓ, ਰਹਿਮਤ ਕਰ ਦਿਓ, ਬਖਸ਼ਿਸ਼ ਕਰ ਦਿਓ। ਸੱਚੇ ਪਾਤਸ਼ਾਹ ਜੀ ਮੇਰੇ ਜਿੰਦ ਦੇ ਮਾਲਕ, ਧਨ ਪਦਾਰਥ ਦੇ ਮਾਲਕ, ਹਰ ਪ੍ਰਕਾਰ ਦੇ ਨਾਲ ਜਿੰਨੀਆਂ ਦਾਤਾਂ ਮੈਨੂੰ ਤੁਸੀਂ ਦਿੱਤੀਆਂ ਨੇ, ਇਹਨਾਂ ਸਾਰੀਆਂ ਦਾਤਾਂ ਦੇ ਮਾਲਕ ਭਗਵਾਨ ਤੁਸੀਂ ਹੀ ਹੋ। ਧਨ ਚਰਨ ਰੱਖਿਆ ਜਗਦੀਸ਼ਵਰ ਹੈ। ਹੇ ਜਗਤ ਦੇ ਮਾਲਕ, ਹੇ ਯੂਨੀਵਰਸਲ ਗੋਡ, ਹੇ ਕ੍ਰੀਏਟਰ ਅਕਾਲ ਪੁਰਖ ਵਾਹਿਗੁਰੂ, ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਹੈ, ਹਰ ਤਰ੍ਹਾਂ ਕਰਕੇ ਮੇਰੀ ਰੱਖਿਆ ਕਰੋ। ਸਰਵ ਰੱਖਿਆ ਗੁਰ ਦਇਆਲ ਹੈ, ਭੈ ਦੁਖ ਵਿਨਾਸ਼ਨ ਹੈ। ਹਰ ਪ੍ਰਕਾਰ ਮੇਰੀ ਰਾਖੀ ਕਰੋ, ਰਖਵਾਲੀ ਕਰੋ। ਸਭ ਤੋਂ ਵੱਡਾ ਦਇਆ ਦਾ ਘਰ ਮੇਰੇ ਵਾਹਿਗੁਰੂ ਜੀ ਤੁਸੀਂ ਹੋਈ ਹੋ। ਕਿਉਂਕਿ ਰਾਤ ਦੇ ਦੀਵਾਨ ਵਿੱਚ ਵੀ ਆਪਾਂ ਵਿਚਾਰ ਰਹੇ ਸਾਂ, ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ, ਸਰਵ ਜੀਆਂ ਕਾ ਦਾਤਾ ਰੇ, ਪ੍ਰਤਪਾਲੈ ਨਿਤ ਸਾਰ ਸੰਭਾਲੈ, ਇੱਕ ਗੁਣ ਨਹੀਂ ਮੂਰਖ ਜਾਤਾ ਰੇ। ਤੁਮ ਦਾਤੇ ठाकुर प्रतिपालक, नायक खसम हमारे, निमक निमक तुम ही प्रतिपालो, हम बारक तुमरे तारे। असी तो छोटे छोटे बच्चे हैं तेरे भगवान, तुसी साडी रखिया करनी, सर्व रखिया हर तरीके सिर तुसी रखिया करनी है। गुर दयाल है, दयालु गुरु, मरसीफुल गुरु जी, भै दुख विनाशन है। दुनिया के उत्ते बड़ी प्रकार का भय है, बड़ी तरह के डर ने। कोई भूत प्रेत का डर है, कोई मर जाण का डर है,
कोई लॉस ना हो जाए डर है, मेरा प्राणा तो प्यारा मेरे तो बिछड़ ना जाए डर है, मैनू कोई मेरी नरादरी ना कर जाए डर है। दुनिया ते बड़े डर ने भगवान, ये सारे डरां दा मालक तू आप है, ये सारे डर मेरे तुसियों ही दूर करने ने। भगत वत्सल अनाथ नाथे, सरल नानक पुरख अचुत है। हे वाहिगुरु जी, हे भगवान जी, निआसरियां दा आसरा तुसी होई हो। ਜਿਹੜੇ ਜੰਮਦਿਆਂ ਦੇ ਮਾਂ ਪਿਓ ਮਰ ਜਾਂਦੇ ਨੇ, ਕਿਹਦੇ ਆਸਰੇ ਪਲਦੇ ਨੇ ਭਗਵਾਨ? तेरे आसरे पलते ने। हे महाराज अनाथ नाथे, तुसी अनाथां दे नाथ हो, तेरे वर्गा सहारा कोई नहीं। दुनिया दे उत्ते जे कोई सहारा दे दो कल नूं सुना सकदा है। हे महाराज तुसी जदों सहारा दोगे ना, देंदा दे लैंदे थक पाके जुगा जुगंतर खाही खाए। हे भगवान इन्नियां दातां तो सानू दित्तियां ने, असीं घरे 5 किलो आटा लियाईए 3 ਦਿਨਾਂ 'ਚ ਮੁੱਕ ਜਾਂਦਾ ਹੈ। ਤੂੰ ਸਾਡੇ ਵਾਸਤੇ ਇੰਨੀ ਕੁ ਆਕਸੀਜਨ ਪੈਦਾ ਕਰਤੇ, ਅਸੀਂ ਸਾਰੀ ਦੁਨੀਆ ਮੁਕਾਉਣ ਤੇ ਲੱਗਿਆ ਤਾਂ ਨਹੀਂ ਮੁੱਕਦੀ। ਜੇ ਅਸੀਂ ਕਿਸੇ ਤੋਂ ਇੱਕ ਢੋਲ ਲੈ ਲਈਏ ਨਾ ਆਕਸੀਜਨ ਦਾ, ਫਿਕਰ ਲੱਗਿਆ ਰਹਿੰਦਾ ਮੁੱਕਣ ਵਾਲੀ ਹੈ, ਇੱਕ ਢੋਲ ਹੋਰ ਲੈ ਕੇ ਆਉਣਾ। ਹੇ ਭਗਵਾਨ ਸਾਡੇ ਵਾਸਤੇ ਇੰਨਾ ਠੰਡਾ ਪਾਣੀ ਇਹ ਸਾਰੇ ਸੰਸਾਰ ਵਾਸਤੇ ਪੈਦਾ ਕਰ ਦਿੱਤਾ। ਅਸੀਂ ਇੱਕ ਬੋਤਲ ਕੋਈ ਪਾਣੀ ਦੀ ਭਰ ਕੇ ਫਰਿੱਜ 'ਚ ਨਾ ਰੱਖੇ, ਗਾਲਾਂ ਕੱਢਦੇ ਹਾਂ। ਹੇ ਭਗਵਾਨ ਤੂੰ ਇੰਨਾ ਪਾਣੀ ਸਾਨੂੰ ਦੇ ਰਿਹਾ ਹੈ, ਮੁੱਕਦਾ ਹੀ ਨਹੀਂ ਭਗਵਾਨ, ਮੁੱਕਦਾ ਹੀ ਨਹੀਂ ਉਹ ਪਾਣੀ। ਹੇ ਸੱਚੇ ਪਾਤਸ਼ਾਹ ਤੈਨੂੰ ਸਾਡੇ ਨਾਲੋਂ ਸਾਡਾ ਜ਼ਿਆਦਾ ਫਿਕਰ ਹੈ। ਅਸੀਂ ਵਸਤੂਆਂ ਲੈ ਕੇ ਆਉਂਦੇ ਹਾਂ, ਸਾਡੀਆਂ ਮੁੱਕ ਜਾਂਦੀਆਂ, ਤੂੰ ਸਾਨੂੰ ਸੰਸਾਰ ਦਿੱਤਾ। ਹੇ ਭਗਵਾਨ ਤੂੰ ਸਾਨੂੰ ਪਰਿਵਾਰ ਦਿੱਤਾ। हे भगवान मान इज्जत सत्कार दिता, तेरा केड़ा केड़ा शुक्र मनावा गरीबां नूं निवाजण वालिया। है कोई ऐसी मेरी जीव जिहवा एक है बेशुमार बेअंत स्वामी, तेरो अंत ना कि नहीं लही है। कोट अपराध हमारे खंडो सी बड़े तकड़े पापी हाँ महाराज, करोड़ां पाप करन वाले हाँ, ते असीं सारे पाप लुको रहे हाँ। किरपा करो महाराज जी, साढ़े करोड़ा बिघन करोड़ा पाप माफ कर दिओ। की कहते ने भगत वत्सल अनाथ नाथे, शरण नानक पुरख अचुत है। तुसीं निआसरियां दे आसरा हो, भगती करन वालियां नूं प्यार करन वाले हो। ਜਿਹੜੇ ਤੈਨੂੰ प्यार करदे ने ਤੁਸੀਂ ਉਹਨਾਂ ਦੀ ਝੋਲੀ ਵਿੱਚ ਪਿਆਰ ਦੀ ਖੈਰ ਪਾਉਂਦੇ ਹੋ। ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਹੜੇ ਤੈਨੂੰ ਦਿਲੋਂ ਪ੍ਰੇਮ ਕਰਦੇ ਨੇ ਉਹ ਸੱਚੇ ਨੇ। ਤੁਸੀਂ ਸਦਾ ਉਹਦੇ ਅੰਗ ਸੰਗ ਰਹਿੰਦੇ ਹੋ। ਜਿਹੜੇ ਦਿਖਾਵਾ ਕਰਦੇ ਨੇ ਜਿਨ ਮਨ ਹੋਰ ਮੁਖ ਹੋਰ ਸੇ ਕੰਢੇ ਕੱਚੇ ਆ, ਉਹ ਤੈਨੂੰ ਪਸੰਦ ਨਹੀਂ। ਜਿਹੜੇ ਝੂਠਾ ਪਿਆਰ ਕਰਦੇ ਹੈ, ਜਿਹੜੇ ਸੱਚਾ ਪਿਆਰ ਕਰਦੇ ਹੈ ਨਾ, ਉਹਨਾਂ ਵਾਸਤੇ ਤੁਸੀਂ ਕਹਿੰਦੇ ਹੋ रत्ते इश्क खुदाए रंग दीदार के। ਜਿਹੜੇ ਮਹਾਰਾਜ ਤੇਰੇ ਪ੍ਰੇਮ ਦੇ ਵਿੱਚ ਰੱਤੇ ਨੇ, ਤੇਰੇ ਦੀਦਾਰ ਵਾਸਤੇ, ਉਹ ਤੈਨੂੰ ਬਹੁਤ ਪਿਆਰੇ ਨੇ। ਜਿਹਨੂੰ ਰੱਬ ਵਿਸਰ ਗਿਆ ਵਿਸਰਿਆ, ਜਿਨ ਨਾਮ ਤੇ ਭੋਏ ਭਾਰ ਥੀਏ, ਆਪ ਲਈ ਲੜ ਲਾਏ। ਐਵੇਂ ਨਹੀਂ ਕੋਈ ਕਿਸੇ ਦੇ ਲੜ ਲੱਗ ਜਾਂਦਾ, ਐਵੇਂ ਨਹੀਂ ਕੋਈ ਕਿਸੇ ਨੂੰ ਪਿਆਰ ਕਰਦਾ, ਕਿਸੇ 'ਚ ਭਗਵਾਨ ਦਿਖਦਾ ਹੈ। ਉਹ ਇੱਕ ਸਾਡੇ ਜਥੇ 'ਚ ਸਿੰਘ ਹੁੰਦੇ ਸਨ, ਕਹਿੰਦੇ ਹੁੰਦੇ, ਜੀ ਕਰਦਾ ਮੈਂ ਤੈਨੂੰ ਦੇਖੀ ਜਾਵਾਂ, ਤੇਰੇ ਵਿੱਚੋਂ ਰੱਬ ਦਿਸਦਾ, ਤੇਰੇ 'ਚੋਂ ਭਗਵਾਨ ਦਾ ਦੀਦਾਰ ਹੁੰਦਾ। ਕਈ ਸਿੰਘਾਂ ਦੀ ਆਵਾਜ਼ ਸੁਣਦੇ ਆ, ਜੀ ਕਰਦਾ ਪਾਠ ਸੁਣੀ ਜਾਈਏ ਸੁਣੀ ਜਾਈਏ। ਕਈ ਕਥਾ ਕੀਰਤਨ ਕਰਦੇ, ਚਿੱਤ ਕਰਦਾ ਸਮਾਧੀ ਲੱਗ ਗਈ, ਸੁਣੀ ਜਾਈਏ ਸੁਣੀ ਜਾਈਏ। ਸਾਧ ਸੰਗਤੀ ਕਈ ਵਾਰ ਕਈ ਗੁਰਸਿੱਖਾਂ ਦਾ ਚਿਹਰਾ ਇਉਂ ਲੱਗਦਾ ਦਾ ਗੁਰੂ ਗੋਬਿੰਦ ਸਿੰਘ ਵਰਗਾ ਚਿਹਰਾ, ਚਾਹੇ ਫੋਟੋਆਂ ਕਈ ਨਕਲੀ ਕਹਿੰਦੇ ਕਈ ਅਸਲੀ ਕਹਿੰਦੇ, ਫੋਟੋ ਦੇਖੋ ਇਉਂ ਲੱਗਦੇ ਇਹ ਤਾਂ ਸਾਡੇ ਗੁਰੂਆਂ ਵਰਗੇ ਨੇ, ਇਹ ਤਾਂ ਸਾਡੇ ਸਾਧੂਆਂ ਵਰਗੇ ਨੇ, ਇਹਨਾਂ ਦੇ ਦੀਦਾਰ ਕਰੀ ਚੱਲੀਏ ਰੱਜ ਰੱਜ ਕੇ। ਇਵੇਂ ਕਿਵੇਂ? ਹੇ ਭਗਵਾਨ ਤੁਸੀਂ ਕਿਰਪਾ ਕਰਕੇ ਹਰ ਤਰੀਕੇ ਸਿਰ ਸਾਡੀ ਮਦਦ ਕਰੋ। ਭਗਤ ਵਛਲ ਅਨਾਥ ਨਾਤੇ ਸ਼ਰਨ ਨਾਨਕ ਪੁਰਖ ਅਚੁੱਤ ਹੈ। ਹੇ ਭਗਵਾਨ ਕਿਰਪਾ ਕਰਕੇ ਉਸ ਅਵਿਨਾਸ਼ੀ ਸਰਬ ਵਿਆਪਕ ਪ੍ਰਭੂ ਦਾ ਆਸਰਾ ਲੈ ਕੇ ਅਸੀਂ ਉਸ ਨੂੰ ਆਪਣੇ ਪ੍ਰਾਣਾਂ ਦਾ ਆਸਰਾ ਮੰਨ ਲਈਏ, ਪ੍ਰਾਣਾਂ ਦਾ ਸਹਾਰਾ ਮੰਨ ਲਈਏ। ਉਸ ਨੂੰ ਅਸੀਂ ਆਪਣੀ ਜਿੰਦ ਦਾ ਮਾਲਕ ਮੰਨ ਲਈਏ। ਉਸ ਤੋਂ ਬਿਨਾਂ ਕਿਸੇ ਨੂੰ ਪ੍ਰੇਮ ਨਾ ਕਰੀਏ। ਦੁਨਿਆਵੀ ਤੌਰ ਤੇ ਪ੍ਰੇਮ ਕਰਾਂਗੇ ਧੋਖਾ ਹੋ ਸਕਦਾ ਹੈ। ਭਗਵਾਨ ਨੂੰ, ਪ੍ਰੀਤਮ ਪਿਆਰੇ ਨੂੰ, ਵਾਹਿਗੁਰੂ ਨੂੰ ਕਰਾਂਗੇ, ਇਉਂ ਲੱਗੇਗਾ
ਕਿ ਮੇਰਾ ਪ੍ਰੀਤਮ ਪਿਆਰਾ ਮੇਰੇ ਦਿਲ ਵਿੱਚ ਵਸਦਾ ਹੈ। ਉਹਨੂੰ ਕਵਾਂਗੇ ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਰ। ਹਰ ਨਾਮੋ ਮੰਤਰ ਦ੍ਰਿੜਾਇਂਦਾ ਕੱਟੇ ਹਉਮੈ ਰੋਗ ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਧੁਰੇ ਪਿਆ। ਜਿਨ੍ਹਾਂ ਦਾ ਧੁਰ ਤੋਂ ਹੀ ਲਿਖਿਆ ਹੋਵੇ ਨਾ ਉਹਨੂੰ ਫਿਰ ਇੱਥੇ ਸੱਚਾ ਪ੍ਰੇਮ ਮਿਲ ਜਾਂਦਾ ਹੈ, ਸੱਚਾ ਵਾਹਿਗੁਰੂ ਮਿਲ ਜਾਂਦਾ ਹੈ, ਸੱਚੇ ਸਾਥੀ ਮਿਲ ਜਾਂਦੇ ਹਨ। ਉਹਨਾਂ ਦੀ ਜ਼ਿੰਦਗੀ ਵਿੱਚ ਧੋਖਾ ਨਹੀਂ ਹੁੰਦਾ, ਉਹਨਾਂ ਦੀ ਜ਼ਿੰਦਗੀ ਦੇ ਵਿੱਚ ਪੂਰਨ ਤੌਰ ਤੇ ਵਾਹਿਗੁਰੂ ਅੰਗ ਸੰਗ ਸਹਾਈ ਰਹਿੰਦੇ ਹਨ ਅਤੇ ਉਹਨਾਂ ਦੇ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਹੋ ਜਾਂਦਾ ਹੈ। ਬਹੁਤ ਬਹੁਤ ਧੰਨਵਾਦ ਆਪ ਇੱਥੇ ਮੋਹਾਲੀ ਦੀਆਂ ਸੰਗਤਾਂ ਦਾ ਜਿਨ੍ਹਾਂ ਨੇ ਅੰਤਾਂ ਦਾ ਪ੍ਰੇਮ ਕੀਤਾ, ਅੰਤਾਂ ਦੀ ਸੇਵਾ ਕੀਤੀ ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਆਪ ਜੀ ਨੇ ਚਿੱਤ ਵਿਰਤੀ ਲਗਾ ਕਰਕੇ ਕਥਾ ਕੀਰਤਨ ਦਾ ਅੰਤਾਂ ਦਾ ਸਤਿਕਾਰ ਕੀਤਾ। ਬਹੁਤ ਬਹੁਤ ਧੰਨਵਾਦ। ਸਤਿਗੁਰੂ ਤੁਹਾਡੇ ਤੇ ਸਦਾ ਵਾਸਤੇ ਤੁਰਠੇ ਰਹਿਣ, ਰਹਿਮਤ ਦੇ ਘਰ ਵਿੱਚ ਆਉਣ। ਸਭੇ ਮਨੋਕਾਮਨਾਵਾਂ ਆਪ ਜੀ ਦੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸ਼੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਧੰਨ ਧੰਨ ਮਾਤਾ ਸਾਹਿਬ ਕੌਰ ਜੀ ਪੂਰੀਆਂ ਕਰਨ, ਦੁੱਖਾਂ ਦਾ ਨਾਸ਼ ਹੋਵੇ। ਇਵੇਂ ਕਿਵੇਂ ਗੁਰੂ ਚਰਨਾਂ ਨਾਲ ਸਾਡਾ ਤੁਹਾਡਾ ਸਾਰਿਆਂ ਦਾ ਪਿਆਰ ਬਣਿਆ ਰਵੇ। ਬੋਲਦਿਆਂ ਵਿਚਾਰਦਿਆਂ ਅਨੇਕਾਂ ਹੋਈਆਂ ਗਲਤੀਆਂ ਕਿਰਪਾ ਕਰਕੇ ਮਾਫ ਕਰਨੀਆਂ। ਇਹ ਸਾਰੀ ਦੀ ਸਾਰੀ ਕਥਾ YouTube ਚੈਨਲ ਸੰਤ ਆਸ਼ਰਮ ਮਲੇਸ਼ੀਆ TV ਤੇ ਹੈ। ਆਪ ਜੀ ਪੇਜ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਅਤੇ ਤੁਸੀਂ ਪੂਰਾ ਲਾਹਾ ਪ੍ਰਾਪਤ ਕਰ ਸਕਦੇ ਹੋ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਅੱਜ 52 ਸ਼ਲੋਕਾਂ ਤੱਕ ਸੰਸਕ੍ਰਿਤੀ ਬਾਣੀ ਦੀ ਵਿਆਖਿਆ ਹੋ ਚੁੱਕੀ ਹੈ। ਰਹਿੰਦੀ ਵਿਚਾਰ ਆਉਂਦੇ ਦੀਵਾਨਾਂ ਵਿੱਚ ਕਰਾਂਗੇ। ਬੋਲਦਿਆਂ ਵਿਚਾਰਦਿਆਂ ਹੋਈਆਂ ਗਲਤੀਆਂ ਮਾਫ ਕਰਨੀਆਂ। ਦੇਵੋ ਅਸੀਸ ਬੁਲਾਓ ਫਤਿਹ ਸਭ ਆਖੋ